पूरा नहीं चला श्री वाहिगुरु जी। गुरु नानक पद पंकज बंदन पाद पंकज बंदन सिमरो अंगद दुख निकंदन अमर दास गुर हृदय त्याऊं जी हृदय त्याऊं श्री गुरु रामदास गुण गाऊं गुर अर्जन बिघ्नन के नासिक बिघ्नन के नासिक हर गोबिंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बेसाला करोतरा पर पुन पुन सीसा जी पुन पुन सीसा बंदों बार बार जगदीसा एक ओंकार सतगुरु ते प्रसाद सच होए वाहिगुरु जी की फतेह है बेगन बिनासन सोए जिस मह अमृत ज्ञान है मानक भगत विराग गुरु ग्रंथ साहिब उधद बंदों का कर अनुराग गुरु ग्रंथ साहिब उधद बंदों कर अनुराग। सतनाम श्री वाहिगुरु साहिब जियो। एक समय गह तिन की बाहूं श्री अंगद गमने मग माहूं सहज सुभायक बाग कहंते अपन बरोबर लिए चलंते। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक सतगुरु धन श्री गुरु ग्रंथ साहिब सच्चे पातशाह महाराज जी की हजूरी अंदर जुड़ बैठे गुरु स्वरूप साध संगत जी आप जी बड़भागे हो। छेवें पातशाह धन गुरु हरगोबिंद साहिब जी महाराज आप जी दे पावन जीवन दा लड़ीवार इतिहास सरवण करन वास्ते गुरु चरणा पास हाजरियां भर रहे हो। कल दी कथा विच आप जी ने प्रसंग सरवण कीते सन। बाबा बिधि चंद साहिब जी ने देव नगर विच जाके सुंदर शाह फकीर दे नाल कीते होए बचन नूं पालदिआं उन्हां दे नाल ही शरीर छड्डिआ ते सचखंड जा पधारे। कीरतपुर साहिब तो एक दिन
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸੈਰ ਕਰਨ ਵਾਸਤੇ ਬਾਗ ਵਿੱਚ ਗਏ। ਰੰਗ ਰੰਗ ਦੇ ਲੱਗੇ ਬੂਟੇ, ਉਹਨਾਂ ਤੇ ਫਲ, ਉਹਨਾਂ ਦੇ ਫੁੱਲ ਵੇਖ ਕੇ ਮਹਾਰਾਜ ਬੜੀ ਸ਼ਲਾਘਾ ਕਰਦੇ ਨੇ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕੁਝ ਕੁ ਪਿੱਛੇ ਸਨ। ਬੜੀ ਤੇਜ਼ੀ ਨਾਲ ਘੋੜੇ ਤੇ ਚੜ੍ਹ ਕੇ ਬਾਗ ਦੇ ਦਰਵਾਜ਼ੇ ਕੋਲ ਪਹੁੰਚੇ। 100 ਜਾਮਿਆਂ ਵਾਲਾ 100 ਪੱਲਿਆਂ ਵਾਲਾ ਜਾਮਾ ਜਿਹੜਾ ਗੁਰੂ ਸਾਹਿਬ ਨੇ ਪਹਿਨਿਆ ਹੈ, ਤੇਜ਼ੀ ਨਾਲ ਚੱਲਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਗ ਵਿੱਚੋਂ ਨਿਕਲਣ ਲੱਗੇ, ਸਤਿਗੁਰਾਂ ਦਾ ਜਾਮਾ ਜਿਹੜਾ ਸੀ ਉਹ ਦਰਖਤ ਦੀ ਟਾਹਣੀ ਦੇ ਨਾਲ ਲੜਿਆ ਤੇ ਲੱਗਾ ਹੋਇਆ ਫੁੱਲ ਝੜ ਕੇ ਡਿੱਗ ਪਿਆ। ਮਹਾਰਾਜ ਉਸੇ ਤਰ੍ਹਾਂ ਤੇਜ਼ੀ ਨਾਲ ਚੱਲਦੇ ਜਾ ਰਹੇ ਨੇ। ਆ ਜਾ ਕੇ ਆਪਣੇ ਦਾਦਾ ਜੀ ਨੂੰ ਮਿਲਣਾ ਚਾਹੁੰਦੇ ਨੇ। ਗੁਰੂ ਸਾਹਿਬ ਦੇ ਸਵਾਲ ਕਰਨ ਤੋਂ ਪਹਿਲਾਂ ਵੀ ਕਿੱਥੇ ਸੀ, ਮਨ ਹੈ ਵੀ ਉਹਨਾਂ ਦੇ ਸਵਾਲ ਤੋਂ ਪਹਿਲਾਂ ਪਹੁੰਚ ਜਾਵਾਂ। ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ 6ਵੇਂ ਪਾਤਸ਼ਾਹ ਦੇ ਕੋਲ ਗਏ। ਮਹਾਰਾਜ ਨੇ ਸੈਰ ਕੀਤੀ, ਕੁਝ ਸਮਾਂ ਇੱਕ ਦਰਖਤ ਹੇਠਾਂ ਵੀ ਬੈਠੇ। ਉਸੇ ਰਸਤੇ ਜਦੋਂ ਵਾਪਸ ਆ ਰਹੇ ਸਨ, ਗੁਰੂ ਮਹਾਰਾਜ ਨੇ ਟੁੱਟਿਆ ਹੋਇਆ ਫੁੱਲ ਵੇਖਿਆ ਤੇ ਪੁੱਛਿਆ, ਇਹ ਫੁੱਲ ਕਿਹਨੇ ਤੋੜਿਆ? ਜਦੋਂ ਅਸੀਂ ਹੁਣੇ ਲੰਘ ਕੇ ਗਏ ਸੀ ਤੇ ਖਿੜਿਆ ਹੋਇਆ ਸੀ, ਜਿਵੇਂ ਕਿਸੇ ਦਾ ਚਿਹਰਾ ਖਿੜਿਆ ਹੁੰਦਾ ਉਸੇ ਤਰ੍ਹਾਂ ਇਹ ਫੁੱਲ ਖਿੜਿਆ ਸੀ ਤੇ ਹੁਣ ਇਹਨੂੰ ਡਾਲੀ ਨਾਲੋਂ ਤੋੜ ਦਿੱਤਾ ਹੈ। ਇਹਦੀ ਹਾਲਤ ਇਸ ਤਰ੍ਹਾਂ ਹੋ ਗਈ ਹੈ ਜੈਸੇ ਕਿਸੇ ਮਨੁੱਖ ਦਾ ਚਿਹਰਾ ਮੁਰਝਾਇਆ ਹੋਵੇ। ਮਹਾਰਾਜ ਨੇ ਪੁੱਛਿਆ ਵੀ ਕਿਹਨੇ ਭੰਨਿਆ? ਨਾਲ ਦੇ ਸੇਵਕ ਖਾਮੋਸ਼ ਸਨ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਉਹ ਤੋੜਿਆ ਕਿਹਨੇ। ਇੱਕ ਸੇਵਕ ਜਿਹੜਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦਾ ਸੀ, ਉਹ ਜਾਣਦਾ ਸੀ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਸ੍ਰੀ ਹਰਿਰਾਏ ਸਾਹਿਬ ਜੀ ਮਹਾਰਾਜ ਚਲਦੇ ਜਾ ਰਹੇ ਸਨ, ਇਹਨਾਂ ਦੇ ਦੀਰਘ ਵੱਡੇ ਜਾਮੇ ਨਾਲ ਇਹ ਫੁੱਲ ਅਟਕ ਕੇ ਟੁੱਟ ਗਿਆ ਹੈ। ਇਹ ਸੁਣ ਕੇ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਆਪਣੇ ਪੋਤਰੇ ਨੂੰ, ਜੇਕਰ ਗਲ ਦੇ ਵਿੱਚ ਵੱਡਾ ਜਾਮਾ ਪਹਿਨੀਏ ਤਾਂ ਉਹਨੂੰ ਸੰਕੋਚ ਕੇ ਸੰਭਾਲ ਕੇ ਚੱਲੀਏ, ਕਿਉਂਕਿ ਜਿਸ ਜਾਮੇ ਦੇ ਪਸਰਨ ਦੇ ਨਾਲ ਰੁਕਾਵਟਾਂ ਪੈਂਦੀਆਂ ਨੇ, ਵਿਘਨ ਹੁੰਦੇ ਨੇ, ਤਾਂ ਉਹਨੂੰ ਸੰਕੋਚ ਹੀ ਲੈਣਾ ਚਾਹੀਦਾ। ਇਹ ਬਚਨ ਸੁਣ ਕੇ ਗੁਰੂ ਹਰਿਰਾਏ ਸਾਹਿਬ ਨੇ ਨਮਸਕਾਰ ਕੀਤੀ, ਤੁਰੰਤ ਆਪਣਾ ਜਾਮਾ ਸੰਕੋਚ ਲਿਆ, ਹੱਥਾਂ ਦੇ ਨਾਲ ਪੱਲੇ ਫੜ ਲਏ। ਉਸ ਦਿਨ ਤੋਂ ਬਾਅਦ 7ਵੇਂ ਪਾਤਸ਼ਾਹ ਜਿੰਨੀ ਦੇਰ ਤੱਕ ਗੁਰਤਾ ਗੱਦੀ ਤੇ ਰਹੇ ਔਰ ਜਿਤਨੀ ਸਰੀਰਕ ਆਯੂ ਰਹੀ, ਉਸ ਕਾਲ ਦੇ ਦੌਰਾਨ ਮਹਾਰਾਜ ਜਦੋਂ ਵੀ ਚੱਲਦੇ ਨੇ ਜਾਂ ਗੱਦੀ ਤੇ ਬਹਿੰਦੇ ਨੇ, ਆਪਣੇ ਜਾਮੇ ਦੇ ਜਿਹੜੇ ਪੱਲੇ ਨੇ ਉਹਨਾਂ ਨੂੰ ਫੜ ਕੇ ਸੰਕੋਚ ਕੇ ਇਕੱਠਾ ਕਰਕੇ ਬਹਿੰਦੇ ਤੇ ਚੱਲਦੇ ਨੇ। ਆਪਣੇ ਪਿਤਾ ਜੀ ਦਾ ਕੀਤਾ ਹੋਇਆ ਬਚਨ ਜਿਹੜਾ ਉਹਨਾਂ ਨੇ ਕਦੇ ਤਿਆਗਿਆ ਨਹੀਂ। ਆਓ ਅਗਲੀ ਕਥਾ ਸਰਵਣ ਕਰੀਏ। ਮਨ ਬਿਰਤੀਆਂ ਸਾਹਿਬ ਜੀ ਦੇ ਪਾਵਨ ਚਰਨਾਂ ਕਬਲਾਂ ਪਾਸ ਜੋੜਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਨਾਲ ਜਪੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਸਮੈ ਗਹਿ ਤਿਨ ਕੀ ਬਾਹੂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਦਾਹਰਣ ਕਵੀ ਸੰਤੋਖ ਸਿੰਘ ਹੋਰਾਂ ਨੇ ਦਿੱਤੀ ਹੈ ਕਿ ਗੁਰੂ ਦੀ ਆਗਿਆ ਵਿੱਚ ਚੱਲਣ ਵਾਲਾ ਕਿਹੜੀ ਦਾਤ ਪ੍ਰਾਪਤ ਕਰਦਾ ਹੈ।
ਕਲਵੀਦਾਸ ਨੇ ਅਰਜ਼ ਕੀਤੀ ਸੀ, ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਦੂਜੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਭੇਜ ਦਿੱਤਾ ਸੀ। ਤੇ ਜਦੋਂ ਵੀ ਦਰਸ਼ਨਾਂ ਦੀ ਤਲਬ ਹੁੰਦੀ, ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਦਰਸ਼ਨ ਦੇਣ ਵਾਸਤੇ ਗੋਇੰਦਵਾਲ ਸਾਹਿਬ ਜਾਂਦੇ। ਇੱਕ ਦਿਨ ਮਹਾਰਾਜ ਦਰਸ਼ਨ ਦੇਣ ਵਾਸਤੇ ਗਏ ਹਨ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਾਹ ਨੂੰ ਫੜ ਕੇ ਸ਼੍ਰੀ ਅੰਗਦ ਗਮਨੇ ਮਗ ਮਾਹੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਾਰਗ ਵਿੱਚ ਰਾਹ ਵਿੱਚ ਤੁਰੇ ਜਾਂਦੇ ਹਨ। ਸਹਿਜ ਸੁਭਾਇਕ ਬਾਕ ਕਹੰਤੇ ਤੇ ਸੁਤੇ ਸਿੱਧ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਕਰਦੇ ਹਨ। ਆਪਨ ਬਰੋਬਰ ਲਿਏ ਚਲੰਤੇ ਤੇ ਆਪਣੇ ਬਰਾਬਰ ਸਤਿਗੁਰਾਂ ਨੂੰ ਲੈ ਕੇ ਤੁਰਦੇ ਹਨ। ਦੁਤੀ ਬਾਹਾਂ ਲਟਕਤ ਅਰ ਹਾਲਤ ਇੱਕ ਬਾਹ ਤਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਪਕੜੀ ਹੋਈ ਹੈ ਤੇ ਜਿਹੜੀ ਦੂਜੀ ਬਾਹ ਹੈ ਉਹ ਲਟਕ ਰਹੀ ਹੈ ਤੇ ਹਿਲਦੀ ਵੀ ਹੈ। ਸੁਭਾਵਿਕ ਹੈ, ਮਨੁੱਖ ਦੀ ਇੱਕ ਆਦਤ ਵੀ ਹੁੰਦੀ ਹੈ ਵੀ ਜਦੋਂ ਤੁਰਦਾ ਹੈ ਤੇ ਬਾਹਾਂ ਜ਼ਰੂਰ ਹਿਲਦੀਆਂ ਨੇ। ਇਸ ਤਰ੍ਹਾਂ ਇੱਕ ਬਾਹ ਜਿਹੜੀ ਲਟਕ ਰਹੀ ਹੈ ਉਹ ਚੱਲਣ ਦੇ ਨਾਲ ਹਿਲਦੀ ਹੈ। ਜਬ ਮਗ ਬਿਖੇ ਚਰਨ ਕੋ ਡਾਲਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਹ ਵਿੱਚ ਜਾਂਦਿਆਂ ਜਾਂਦਿਆਂ ਆਪਣੇ ਚਰਨ ਪੁੱਟਦੇ ਹਨ। ਏਕ ਬਾਰ ਭੁਜ ਅਦਿਕ ਹਿਲਾਈ ਇੱਕ ਵਾਰ ਸਤਿਗੁਰੂ ਮਹਾਰਾਜ ਨੇ ਚਲਦਿਆਂ ਆਪਣੀ ਬਾਹ ਥੋੜੀ ਜ਼ਿਆਦੀ ਹਿਲਾ ਦਿੱਤੀ ਹੈ। ਗੁਰ ਅੰਗਦ ਤੇ ਭਈ ਅਗਵਾਈ ਤੇ ਇਹ ਜਿਹੜੀ ਬਾਹ ਗੁਰੂ ਅੰਗਦ ਦੇ ਮਹਾਰਾਜ ਨਾਲੋਂ ਅੱਗੇ ਹੋ ਗਈ। ਅੱਗੇ ਤਾਂ ਬਾਹ ਹਿਲਦੀ ਸੀ, ਪਰ ਜਦੋਂ ਅਚਾਨਕ ਸਹਿਜ ਸੁਭਾਏ ਬਚਨ ਕਰਦਿਆਂ ਪਤਾ ਨਾ ਲੱਗਿਆ ਤੇ ਬਾਹ ਜ਼ਿਆਦੀ ਹਿਲ ਗਈ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਰੀਰ ਨਾਲੋਂ ਅੱਗੇ ਚਲੀ ਗਈ ਹੈ। ਦੇਖਤ ਦਹਿ ਲਿਓ ਹਿਰਦਾ ਕਨੇਰਾ ਬਸ ਇੰਨੀ ਗੱਲ ਵੇਖਦਿਆਂ ਹਿਰਦਾ ਦਹਿਲ ਗਿਆ। ਮਨ ਜਿਹੜਾ ਸੀ ਭੈ ਦੇ ਵਿੱਚ ਆ ਗਿਆ, ਡਰ ਵਿੱਚ ਆ ਗਿਆ। ਅਸਾਂ ਤਾਂ ਭਾਵੇਂ ਪਿੱਠ ਕਰਕੇ ਖੜੇ ਰਹੀਏ, ਸਾਨੂੰ ਕਿਹੜਾ ਕੋਈ ਫਰਕ ਪੈਂਦਾ? ਸਾਨੂੰ ਤਾਂ ਨਹੀਂ ਨਾ ਫਰਕ ਪੈਂਦਾ। ਜੇ ਕਿਸੇ ਨੂੰ ਕਹਿ ਦਈਏ ਵੀ ਪਿੱਠ ਨਾ ਕਰੋ, ਅਗਲਾ ਗੁੱਸਾ ਵੀ ਝੱਟ ਕਰ ਜਾਂਦਾ। ਫਿਰ ਕੀ ਹੋ ਗਿਆ? ਇੱਥੋਂ ਸਿੱਖੀਏ ਗੁਰੂ ਦਾ ਸਤਿਕਾਰ ਕਿਵੇਂ ਕਰੀਦਾ, ਗੁਰੂ ਦਾ ਅਦਬ ਕਿਵੇਂ ਕਰੀਦਾ। ਗੁਰੂ ਦੇ ਕੋਲ ਬਹਿ ਕੇ ਫਜ਼ੂਲ ਦੀਆਂ ਗੱਲਾਂ ਕਰੀ ਜਾਣੀਆਂ, ਫੋਕਟ ਦੀਆਂ ਗੱਲਾਂ ਕਰਨੀਆਂ, ਇਹ ਕੋਈ ਅਦਬ ਨਹੀਂ। ਗੱਲਾਂ ਕਰਨ ਨੂੰ ਤਾਂ ਸਾਰਾ ਦਿਨ ਹੁੰਦਾ। ਗੁਰੂ ਦੇ ਚਰਨਾਂ ਵਿੱਚ ਬੈਠੀਏ, ਜਦ ਵੀ ਬੈਠੀਏ ਗੁਰੂ ਨੂੰ ਚੇਤੇ ਕਰੀਏ। ਇੱਥੇ ਆਪਾਂ ਨਿਰੰਕਾਰ ਨੂੰ ਚੇਤੇ ਕਰਨ ਵਾਸਤੇ ਆਉਂਦੇ ਹਾਂ, ਨਾ ਕਿ ਦੁਨਿਆਵੀ ਗੱਲਾਂ ਕਰਨ ਵਾਸਤੇ ਆਉਂਦੇ ਹਾਂ। ਤਾਂ ਗੁਰੂ ਸਾਹਿਬ ਦੇ ਕੋਲ ਬਹਿ ਕੇ ਦੁਨਿਆਵੀ ਗੱਲਾਂ ਕਰਨੀਆਂ, ਇਹ ਵੀ ਗੁਰੂ ਸਾਹਿਬ ਦੀ ਘੋਰ ਬੇਅਦਬੀ ਹੈ। ਇੱਥੇ ਤਾਂ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨੀ ਚਾਹੀਦੀ, ਪਰ ਸਾਡੀ ਆਵਾਜ਼ ਦੂਜੇ ਪਿੰਡ ਪਹੁੰਚਦੀ ਹੁੰਦੀ ਹੈ, ਤਾਂ ਫਿਰ ਇਹ ਕੋਈ ਅਦਬ ਨਹੀਂ ਨਾ। ਸਾਨੂੰ ਭੈ ਨਹੀਂ ਰਿਹਾ, ਡਰ ਨਹੀਂ ਰਿਹਾ ਗੁਰੂ ਸਾਹਿਬ ਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਵੇਖਦੇ ਨੇ ਮੇਰੀ ਬਾਂਹ ਸਤਿਗੁਰਾਂ ਨਾਲੋਂ ਅੱਗੇ ਚਲੀ ਗਈ ਹੈ ਤੇ ਹਿਰਦਾ ਦਹਿਲ ਗਿਆ, ਹਿਰਦੇ ਅੰਦਰ ਮਨ ਅੰਦਰ ਭੈ ਪੈਦਾ ਹੋ ਗਿਆ ਹੈ। ਭਈ ਅਵਗਿਆ ਏਉ ਕਰ ਮੋਰਾ ਸੋਚਣ ਲੱਗੇ ਵੀ ਮੇਰੇ ਇਸ ਹੱਥ ਕਰਕੇ ਗੁਰੂ ਸਾਹਿਬ ਦੀ ਅਵਗਿਆ ਬੇਅਦਬੀ ਹੋ ਗਈ ਹੈ। ਗੁਰ ਆਗੇ ਹੋਇਓ ਬੜਹਾਲਾ ਇਹ ਜਿਹੜਾ ਹੱਥ ਬਹੁਤਾ ਹਿਲ ਕੇ ਗੁਰੂ ਸਾਹਿਬ ਤੋਂ ਅੱਗੇ ਹੋ ਗਿਆ ਹੈ। ਉਚਿਤ ਪਿਛਾਰੀ ਰਹਿਬੇ ਵਾਲਾ ਇਹ ਜਿਹੜਾ ਹੱਥ ਜਿਹੜਾ ਪਿੱਛੇ ਰਹਿਣ ਵਾਲਾ ਤੇ ਜਿਹਦੇ ਲਈ ਇਹੀ ਉਚਿਤ ਹੈ ਵੀ ਇਹ ਹੱਥ ਗੁਰੂ ਸਾਹਿਬ ਤੋਂ ਪਿੱਛੇ ਰਹੇ। ਅਬ ਇਸ ਕੋ ਤਿਆਗਨ ਬਨ ਆਵੇ ਤੇ ਹੁਣ ਤਾਂ ਇਸ ਹੱਥ ਨੂੰ ਨਾ ਤਿਆਗਣਾ ਹੀ ਬਣ ਆਉਂਦਾ ਹੈ। ਛੇਦਨ ਕਰ ਗੇਰ ਨਹੀਂ ਭਾਵੈ ਮੇਰਾ ਤਾਂ ਮਨ ਭਾਉਂਦਾ ਵੀ ਮੈਂ ਕੋਈ ਸ਼ਸਤਰ ਮਾਰ ਕੇ ਨਾ ਤੇ ਬਾਂਹ ਜਿਹੜੀ ਹੈ ਉਹ ਨਾਲੋਂ ਹੀ ਲਾਹ ਦਿਆਂ, ਕਿਉਂਕਿ ਇਸ ਬਾਂਹ ਨੇ ਮੇਰੇ ਗੁਰੂ ਦੀ ਬੇਅਦਬੀ ਕੀਤੀ ਹੈ, ਗੁਰੂ ਸਾਹਿਬ ਦੀ ਇਹਨੇ ਹੁਰਮਤੀ ਕੀਤੀ ਹੈ ਤੇ ਇਹ ਬਾਂਹ ਮੇਰੇ ਸਰੀਰ ਦੇ ਨਾਲ ਰਹਿਣ ਯੋਗ ਨਹੀਂ ਹੈ। ਸ਼੍ਰੀ ਅੰਗਦ ਦਿਸ਼ ਬਹੁਰ ਵਿਚਾਰੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਗਰੀਬ ਨਵਾਜ ਜੀ ਮਨ ਵਿੱਚ ਵਿਚਾਰ ਕਰਦੇ ਹਨ। ਉਗਰ ਕਰਮ ਪਿਖ ਕੋ ਬਨਾ ਧਾਰੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਵੱਲ ਵੇਖਿਆ, ਸੋਚਦੇ ਨੇ ਵੀ ਕਿਤੇ ਮੈਂ ਬਾਂਹ ਨੂੰ ਜੇ ਕੱਟ ਦਿਆਂ ਨਾ
ਤੇ ਮੇਰਾ ਇਹ ਉਗਰ ਕਰਮ ਵੇਖ ਕੇ ਮਹਾਰਾਜ ਕਿਤੇ ਗੁੱਸੇ ਨਾ ਹੋ ਜਾਵਣ। ਜਾਂ ਤੇ ਨਹਿ ਛੇਦਨ ਸ਼ਬਰੀਤੇ। ਇਸ ਵਾਸਤੇ ਚੰਗੀ ਗੱਲ ਇਹੀ ਹੈ ਵੀ ਮੈਂ ਆਪਣੀ ਬਾਹ ਜਿਹੜੀ ਉਹ ਸਰੀਰ ਦੇ ਨਾਲੋਂ ਨਾ ਕੱਟਾਂ। ਤਿਆਗਨ ਕਰੋ ਬਾਹੇ ਨਿਜ ਜੀਤੇ। ਹੁਣ ਮੈਂ ਆਪਣੇ ਜਿਉਂਦਿਆਂ ਜੀ ਇਹ ਬਾਹ ਦਾ ਤਿਆਗ ਹੀ ਕਰ ਦੇਣਾ। ਮੈਂ ਅੰਦਰ ਇਹ ਸੰਕਲਪ ਕਰਾਂਗਾ ਵੀ ਮੇਰੀ ਖੱਬੀ ਬਾਹ ਹੈ ਹੀ ਕੋਈ ਨਹੀਂ, ਇਹੀ ਸੋਚਾਂਗਾ। ਕਿਉਂਕਿ ਜਿਹੜੀ ਚੀਜ਼ ਨੂੰ ਮਨ ਦੇ ਅੰਦਰ ਅਭਾਵ ਕਰ ਦਈਏ ਉਹ ਰਹਿੰਦੀ ਨਹੀਂ। ਭਾਵੇਂ ਸਰੀਰ ਦਾ ਅੰਗ ਹੈ, ਨਾ ਮੈਂ ਇਹਦੀ ਵਰਤੋਂ ਕਰਨੀ ਹੈ, ਮਨ ਵਿੱਚੋਂ ਇਹਨੂੰ ਅਭਾਵ ਕਰ ਦੇਣਾ ਵੀ ਜੈਸੇ ਮੇਰੀ ਖੱਬੀ ਬਾਹ ਮੇਰੇ ਸਰੀਰ ਦੇ ਨਾਲ ਕੋਈ ਨਹੀਂ। ਤਜੋ ਆਪਨ ਪਉ ਇਸ ਤੇ ਅਬੈ। ਤੇ ਹੁਣ ਮੈਂ ਆਪਣਾਪਣ ਛੱਡ ਦਿਆਂਗਾ, ਅਰਥਾਤ ਮੈਂ ਇਹ ਗੱਲ ਭੁੱਲ ਜਾਵਾਂਗਾ ਵੀ ਮੇਰੇ ਸਰੀਰ ਨਾਲ ਮੇਰੀ ਬਾਹ ਹੈ। ਕਾਰ ਨਾ ਕਰੋ ਇਸੀ ਤੇ ਕਬੈ। ਅੱਜ ਤੋਂ ਬਾਅਦ ਕਦੇ ਵੀ ਇਸ ਬਾਹ ਦੇ ਨਾਲ ਕੋਈ ਕੰਮ ਨਹੀਂ ਕਰਾਂਗਾ। ਨਹਿ ਅਬ ਪੋਖਨ ਕਬਹੂ ਕਰੋ। ਤੇ ਨਾ ਹੀ ਇਸ ਬਾਹ ਦੀ ਮੈਂ ਪਾਲਣਾ ਕਰਾਂਗਾ, ਨਾ ਇਹਦਾ ਧਿਆਨ ਰੱਖਾਂਗਾ। ਬਨੈ ਸੁਕਾਵਨ ਇਮ ਪਰ ਹਰੋ। ਇਸ ਬਾਹ ਨੂੰ ਨਾ ਕੱਟਣ ਦੀ ਬਜਾਏ ਮੈਂ ਸੁਕਾ ਹੀ ਦੇਣਾ। ਹੌਲੀ ਹੌਲੀ ਬਾਂਹ ਸੁੱਕ ਜਾਏਗੀ ਤੇ ਆਪੇ ਹੀ ਨਸ਼ਟ ਹੋ ਜਾਏਗੀ। ਕਿਉਂਕਿ ਸਰੀਰ ਦੇ ਜਿਹੜੇ ਅੰਗ ਦੀ ਵਰਤੋਂ ਨਹੀਂ ਕਰਦੇ ਉਹ ਸੁਭਾਵਕ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਜਾਂਦਾ ਹੈ। ਇਸ ਵਾਸਤੇ ਮੈਂ ਬਾਂਹ ਦੀ ਵਰਤੋਂ ਨਹੀਂ ਕਰਾਂਗਾ ਤੇ ਆਪੇ ਹੀ ਇਹ ਸੁੱਕ ਜਾਵੇਗੀ। ਅਸ ਵਿਚਾਰ ਕਰ ਛਾਤੀ ਲਾਏ। ਐਸੀ ਵਿਚਾਰ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਂਹ ਛਾਤੀ ਨਾਲ ਲਾ ਲਈ ਹੈ। ਨਿਸ ਦਿਨ ਰਾਖੀ ਤਹਾਂ ਟਿਕਾਏ। ਤੇ ਦਿਨ ਰਾਤ ਪਾਤਸ਼ਾਹ ਆਪਣੀ ਬਾਂਹ ਨੂੰ ਛਾਤੀ ਨਾਲ ਟਿਕਾ ਕੇ ਰੱਖਦੇ ਹਨ। ਬਿਨ ਹਲੇ ਇਕ ਥਲ ਜਬ ਰਹੀ। ਹੁਣ ਇਹ ਜਿਹੜੀ ਬਾਂਹ ਬਿਨਾਂ ਹੱਲਿਆਂ ਜਦੋਂ ਕਾਫੀ ਦੇਰ ਛਾਤੀ ਨਾਲ ਇੱਕ ਜਗ੍ਹਾ ਤੇ ਲੱਗੀ ਰਹੀ ਹੈ, ਸ਼ੋਸ਼ਕ ਭਾਈ ਪੁਨ ਪੋਖੀ ਨਹੀਂ। ਇਹ ਜਿਹੜੀ ਬਾਂਹ ਹੌਲੀ ਹੌਲੀ ਸੁੱਕ ਗਈ। ਕਿਉਂਕਿ ਕੁਦਰਤੀ ਗੱਲ ਹੈ ਨਾ, ਜਿਵੇਂ ਆਪਾਂ ਚੌਂਕੜਾ ਮਾਰ ਕੇ ਬੈਠਦੇ ਆ ਤੇ ਬਲੱਡ ਸਰਕਲ ਪੂਰਾ ਨਹੀਂ ਹੁੰਦਾ, ਲੱਤਾਂ ਵੀ ਸੌਣ ਲੱਗ ਪੈਂਦੀਆਂ ਨੇ, ਜ਼ਿਆਦਾ ਦੇਰ ਬਹਿ ਜਾਈਏ ਉੱਠਣਾ ਵੀ ਔਖਾ ਹੋ ਜਾਂਦਾ। ਇਸੇ ਤਰ੍ਹਾਂ ਬਾਂਹ ਆ ਜਦੋਂ ਮੋੜ ਕੇ ਛਾਤੀ ਨਾਲ ਲਾ ਲਈਏ ਤੇ ਜਿਹੜਾ ਲਹੂ ਹੈ ਉਹ ਪੂਰੀ ਤਰ੍ਹਾਂ ਵਿੱਚ ਸਰਕਲ ਨਹੀਂ ਕਰਦਾ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੀ ਬਾਂਹ ਸੀ ਉਹ ਹੌਲੀ ਹੌਲੀ ਸੁੱਕਣ ਲੱਗ ਪਈ ਹੈ। ਵਿਦਿਆਦਿਕ ਪ੍ਰਣ ਗੁਰ ਕਰ ਕੇਰੇ। ਤੇ ਐਸਾ ਪ੍ਰਣ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀਤਾ। ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੇਖ ਵੀ ਲਿਆ ਤੇ ਮਹਾਰਾਜ ਗਰੀਬ ਨਵਾਜ ਜੀ ਨੇ ਆਖਿਆ, ਪੁਰਖਾ ਇਹ ਬਾਂਹ ਛਾਤੀ ਨਾਲ ਕਿਉਂ ਲਾਈ ਹੈ? ਕਹਿੰਦੇ ਪਾਤਸ਼ਾਹ ਨੇ ਤੁਹਾਡੀ ਅਵੱਗਿਆ ਕੀਤੀ ਹੈ। ਗੁਰੂ ਸਾਹਿਬ ਨੇ ਬਾਂਹ ਫੜ ਕੇ ਨਾ ਛੁਡਾ ਦਿੱਤੀ। ਆਖਿਆ ਵੀ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਅਸੀਂ ਦੋਨੇ ਰੂਪ ਹਾਂ, ਇੱਕ ਰੂਪ ਹਾਂ ਦੋਨੇ ਜਾਣੇ। ਇਸ ਵਾਸਤੇ ਅੱਜ ਤੋਂ ਬਾਅਦ ਐਸਾ ਨਹੀਂ ਕਰਨਾ। ਤੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਆਪਣਾ ਪ੍ਰਣ ਨਿਭਾਇਆ ਹੈ। ਨਹੀਂ ਨੇਮ ਕਰ ਗਿਰੇ ਪਛੇਰੇ। ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਜਿਨ੍ਹਾਂ ਨੇ ਵੀ ਆਪਣਾ ਪ੍ਰਣ ਕੀਤਾ ਹੈ, ਉਹਨਾਂ ਨੇ ਆਪਣਾ ਪ੍ਰਣ ਨਿਭਾਇਆ। ਉਹਨਾਂ ਨੇ ਕਦੇ ਆਪਣਾ ਨੇਮ ਨਹੀਂ ਛੱਡਿਆ। ਤਿਮਹੀ ਪ੍ਰਣ ਧਾਰਿਓ ਹਰ ਰਾਏ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਨੇ ਪ੍ਰਣ ਕੀਤਾ, ਜੈਸੇ ਪ੍ਰਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ, ਇਸੇ ਤਰ੍ਹਾਂ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਇਹ ਪ੍ਰਣ ਕੀਤਾ ਹੈ। ਸੀਖ ਪਿਤਾਮੇ ਤੇ ਜਬ ਪਾਏ। ਜਿਸ ਦਿਨ ਆਪਣੇ ਦਾਦਾ ਜੀ ਦੇ ਪਾਸੋਂ ਇਹ ਸ਼ੁਭ ਸਿੱਖਿਆ ਦੀ ਪ੍ਰਾਪਤੀ ਕੀਤੀ ਹੈ। ਸ਼ਤ ਪਾਲਨ ਹੀ ਪੈ ਰਹਿ ਜਾਮਾ। ਸਰੀਰ ਉੱਪਰ ਜਾਮਾ ਜਿਹੜਾ ਪਹਿਨਦੇ ਨੇ, ਜਾਮਾ 100 ਪੱਲਿਆਂ ਦਾ ਹੀ ਪਹਿਨਦੇ ਹਨ। ਸੂਖਮ ਬਸਤਰ ਸਜੈ ਅਬਰਮਾ। ਬੜਾ ਸੂਖਮ ਸੋਹਣਾ ਬਸਤਰ ਮਹਾਰਾਜ ਦੇ ਸਰੀਰ ਉੱਪਰ ਸਜਦਾ ਹੈ। ਚਲਬੇ ਸਮੈ ਨਾ ਕਰਤੇ ਛੋਰੈ। ਪਰ ਜਦੋਂ ਪਾਤਸ਼ਾਹ ਚੱਲਦੇ ਨੇ, ਚੱਲਣ ਵੇਲੇ ਪਾਤਸ਼ਾਹ ਆਪਣਾ ਜਾਮਾ ਉਹਦੇ ਪੱਲੇ ਹੱਥ ਵਿੱਚੋਂ ਨਹੀਂ ਛੱਡਦੇ। ਘਰ ਦਰ ਸੁਖ ਚਾਵਤ ਚਹੁ ਔਰੈ। ਤੇ ਕਹਿੰਦੇ ਹੱਥ ਵਿੱਚ ਪੱਲੇ ਪਕੜ ਕੇ ਉਹਨੂੰ ਸੰਕੋਚ ਕੇ 4 ਚਫੇਰੇ ਤੋਂ ਫਿਰ ਜਾਂਦੇ ਹਨ। ਇਮ ਸ਼੍ਰੀ ਹਰਗੋਬਿੰਦ ਸੁਨਾਏ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਾਵਨ ਸਿੱਖਿਆ ਆਪਣੇ ਪੋਤਰੇ ਨੂੰ ਬਖਸ਼ੀ ਹੈ। ਆਪਨ ਸਥਾਨ ਬਿਰਾਜੈ ਆਏ। ਤੇ ਸਤਿਗੁਰੂ ਜੀ ਆਪਣੇ ਪਾਵਨ ਸਥਾਨ ਤੇ ਆ ਕੇ ਬਿਰਾਜਮਾਨ ਹੋ ਗਏ। ਤੋ ਇਹ ਜਿਹੜੀ ਸਿੱਖਿਆ ਮਹਾਰਾਜ ਜੀ ਦੀ ਸਦਾ ਸਾਨੂੰ ਤਾਜ਼ੀ ਰੱਖਣੀ ਚਾਹੀਦੀ ਹੈ ਔਰ ਇਹ ਪ੍ਰਣ ਵੀ ਕਰਨਾ ਚਾਹੀਦਾ ਹੈ। ਜੇ ਸਾਨੂੰ ਸੇਵਾ ਦੀ ਦਾਤ ਮਿਲੀ ਹੈ ਤੇ ਉਹਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੋਵੇ। ਕੋਈ ਸੇਵਾਦਾਰ ਹੈ, ਕੋਈ ਕੀਰਤਨੀਆ ਸਿੰਘ ਹੈ, ਕੋਈ ਕਥਾਵਾਚਕ ਹੈ, ਕੋਈ ਗ੍ਰੰਥੀ ਸਿੰਘ ਹੈ,
ਜਿਹੜੀ ਜਿਹੜੀ ਪਦਵੀ ਗੁਰੂ ਨੇ ਸਾਨੂੰ ਦਿੱਤੀ ਹੈ ਨਾ, ਇਹ ਪਦਵੀ ਬੜੀ ਵੱਡੀ ਹੈ। ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪ੍ਰਾਪਤ ਹੋ ਜਾਏ, ਦੁਨੀਆ ਦੀਆਂ ਸਾਰੀਆਂ ਪਦਵੀਆਂ ਇਹਨਾਂ ਪਦਵੀਆਂ ਤੋਂ ਛੋਟੀਆਂ ਨੇ। ਇਹ ਪਦਵੀ ਸਭ ਤੋਂ ਵੱਡੀ ਹੈ, ਗੁਰ ਕੀ ਟਹਿਲ ਗੁਰੂ ਕੀ ਸੇਵਾ। ਜਿਹੜੀ ਹੈ ਗੁਰੂ ਦੀ ਟਹਿਲ, ਗੁਰੂ ਦੀ ਸੇਵਾ ਮਿਲ ਜਾਣੀ, ਇਸ ਤੋਂ ਵੱਡੀ ਪਦਵੀ ਦੁਨੀਆ ਵਿੱਚ ਕੋਈ ਨਹੀਂ। ਪਰ ਸਾਡੇ ਜਿਹਾਂ ਦਾ ਇਹ ਫਰਜ਼ ਬਣਦਾ ਹੈ ਕਿ ਜੇ ਗੁਰੂ ਨਾਨਕ ਸਾਹਿਬ ਨੇ ਦਇਆ ਕਰਕੇ ਸਾਨੂੰ ਇਹ ਦਾਤ ਦਿੱਤੀ ਹੈ ਤੇ ਇਹਦੇ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਸਾਨੂੰ ਨਿਭਾਉਣੀ ਚਾਹੀਦੀ ਹੈ। ਤੇ ਕਦੇ ਵੀ ਕੋਈ ਐਸਾ ਕਰਮ ਸਾਨੂੰ ਨਹੀਂ ਕਰਨਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਦੀ ਇਹ ਬਖਸ਼ਿਸ਼ ਕੀਤੀ ਹੋਈ ਪਦਵੀ ਨੂੰ ਕਿਤੇ ਕੋਈ ਠੇਸ ਪਹੁੰਚੇ। ਔਰ ਇਸ ਤਰ੍ਹਾਂ ਜਿਵੇਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਆਪਣਾ ਜਾਮਾ ਸੰਭਾਲ ਕੇ ਚੱਲਣ ਦਾ ਯਤਨ ਕੀਤਾ, ਤੇ ਮਹਾਰਾਜ ਨੇ ਸਾਨੂੰ ਵੀ ਸਿੱਖਿਆ ਦਿੱਤੀ, ਗੁਰਮੁਖਾ ਤੂੰ ਵੀ ਆਪਣਾ ਜਾਮਾ ਸੰਭਾਲ ਕੇ ਚੱਲੀ, ਕਿਤੇ ਇਹ ਨਾ ਹੋਵੇ ਕਿ ਤੇਰੇ ਹੰਕਾਰ ਕਰਕੇ ਕਿਸੇ ਨੂੰ ਠੇਸ ਨਾ ਲੱਗੇ, ਕਿਸੇ ਨੂੰ ਦੁੱਖ ਨਾ ਪਹੁੰਚੇ। ਐਸੀ ਦਾਤ ਮੇਰੇ ਪਾਤਸ਼ਾਹ ਨੇ ਸਾਨੂੰ ਝੋਲੀ ਵਿੱਚ ਪਾ ਕੇ ਦਿੱਤੀ ਹੈ। ਖਾਨ ਪਾਨ ਕਰਕੇ ਬਿਸਰਾਮੇ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਾਪਸ ਆਏ, ਆਪਣੇ ਪਾਵਨ ਸਥਾਨ ਤੇ ਬਿਰਾਜੇ ਨੇ, ਲੰਗਰ ਪਾਣੀ ਛਕਿਆ ਤੇ ਵਿਸ਼ਰਾਮ ਕੀਤਾ ਹੈ। ਸੇਵਾ ਕਰੈ ਸਿੱਖ ਸ਼ੁਭ ਕਾਮੇ। ਸਤਿਗੁਰਾਂ ਦੇ ਸੇਵਾਦਾਰ ਪਿਆਰ ਦੇ ਨਾਲ ਮਹਾਰਾਜ ਜੀ ਦੀ ਭਾਰੀ ਸੇਵਾ ਕਰਦੇ ਹਨ। ਕੇਤਕ ਦਿਨ ਇਮ ਕੁਏ ਬਿਤਾਏ। ਇਸ ਤਰ੍ਹਾਂ ਕੁਝ ਕੁ ਦਿਨਾਂ ਦਾ ਸਮਾਂ ਗੁਰਦੇਵ ਨੇ ਬਤੀਤ ਕੀਤਾ ਹੈ। ਕਰੈ ਉਦਾਹਰਨ ਜਨ ਸਮੁਦਾਏ। ਦਇਆ ਕਰਕੇ ਆਪਣੇ ਸੇਵਕਾਂ ਦਾ ਉਧਾਰ ਪਾਰ ਉਤਾਰਾ ਮਹਾਰਾਜ ਜੀ ਕਰਦੇ ਹਨ। ਦੋਹਰਾ ਅਲਪ ਬੈਸ ਮੈਂ ਸਮਤ ਕਰ ਪ੍ਰਣ ਠਾਨਿਓ ਹਰ ਰਾਏ। ਸਾਧ ਸੰਗਤ ਜੀ, ਜਾਮਾ ਵੀ ਉਹ ਪਹਿਨਦਾ ਜਿਹੜਾ ਉਹਦੇ ਸੰਭਾਲਣ ਦੇ ਯੋਗ ਹੋਵੇ। ਜਦੋਂ ਪੰਡ ਭਾਰੀ ਹੋਵੇ ਤੇ ਉਹ ਚੁੱਕਣੀ ਔਖੀ ਹੋ ਜਾਂਦੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦੋ ਪੁੱਤਰ ਬਾਬਾ ਦਾਤੂ ਤੇ ਬਾਬਾ ਦਾਸੂ ਜੀ। ਬਾਬਾ ਦਾਤੂ ਜੀ ਨੇ ਤਾਂ ਆ ਕੇ ਲੱਤ ਮਾਰੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਜਿਹੜਾ ਬਾਬਾ ਦਾਸੂ ਜੀ ਸਨ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਨੇ ਗੱਦੀ ਲਾ ਲਈ ਤੇ ਗੱਦੀ ਤੇ ਬਹਿ ਗਏ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ, ਜਦੋਂ ਗੱਦੀ ਤੇ ਬਹਿ ਗਏ ਤੇ ਬੌਰੇ ਹੋ ਗਏ, ਤੇ ਮਾਤਾ ਖੀਵੀ ਜੀ ਆ ਕੇ ਕਹਿਣ ਲੱਗੇ, ਪੁੱਤਰ ਪੰਡ ਬੜੀ ਭਾਰੀ ਹੈ, ਤੇਰੇ ਕੋਲੋਂ ਚੁੱਕੀ ਨਹੀਂ ਜਾਣੀ। ਇਹ ਪੰਡ ਜਿਹਨੂੰ ਮਹਾਰਾਜ ਨੇ ਬਖਸ਼ੀ ਹੈ ਨਾ, ਉਹਨੂੰ ਇਸ ਪੰਡ ਨੂੰ ਸੰਭਾਲਣ ਦੀ ਤਾਕਤ ਵੀ ਦੇ ਕੇ ਗਏ ਨੇ। ਜੇ ਇਹ ਪੰਡ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੰਭਾਲ ਸਕਦੇ ਤੇ ਤਾਂ ਹੀ ਉਹ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ। ਤਾਂ ਆ ਜ਼ਿੰਮੇਵਾਰੀ ਉਹੀ ਨਿਭਾ ਸਕਦੇ ਨੇ। ਪੁੱਤਰ ਤੂੰ ਮਾਫੀ ਮੰਗ ਲੈ। ਬਾਬਾ ਦਾਸੂ ਜੀ ਜਿਹੜੇ ਸਨ, ਉਹਨਾਂ ਨੇ ਫਿਰ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਆ ਕੇ ਮਾਫੀ ਮੰਗੀ। ਪਾਤਸ਼ਾਹ, ਬੜੀ ਭਾਰੀ ਗਲਤੀ ਹੋ ਗਈ ਹੈ, ਗੁਰੂ ਬਣ ਕੇ ਬਹਿ ਗਿਆ ਸੀ ਮਰਜ਼ੀ ਨਾਲ, ਮੈਨੂੰ ਖਿਮਾ ਕਰ ਦਿਓ। ਬਾਬਾ ਦਾਤੂ ਜੀ ਨੇ ਵੀ ਮਾਫੀ ਮੰਗੀ ਮਹਾਰਾਜ ਸੱਚੇ ਪਾਤਸ਼ਾਹ ਤੋਂ। ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਤੋਂ ਮਾਫੀ ਮੰਗੀ, ਲੱਤ ਮਾਰਨ ਤੋਂ ਬਾਅਦ ਜਦੋਂ ਦਰਦ ਹੋਣ ਲੱਗੀ ਨਾ ਲੱਤ, ਫਿਰ ਮਾਫੀ ਮੰਗ ਕੇ ਗਏ। ਸਤਿਗੁਰੂ ਕਹਿੰਦੇ ਵੀ ਇਹ ਦਰਦ ਤਾਂ ਹੁਣ ਪੰਜਵੇਂ ਜਾਮੇ ਚੜੇਗੀ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਾ ਕੇ ਬਾਬਾ ਦਾਤੂ ਜੀ ਦੀ ਲੱਤ ਠੀਕ ਕੀਤੀ। ਸੋ ਕਹਿਣ ਤੋਂ ਭਾਵ ਹੈ, ਇਹ ਪੰਡ ਉਹੀ ਚੁੱਕ ਸਕਦਾ ਜਿਹਨੂੰ ਚੁੱਕਣ ਦੀ ਸਮਰੱਥਾ ਗੁਰੂ ਦੇ ਦਏ। ਇਸ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨੀ ਸੀ, ਤੇ ਮਹਾਰਾਜ ਨੇ ਭਲੀ ਪ੍ਰਕਾਰ ਉਹਨਾਂ ਦੀ ਪ੍ਰੀਖਿਆ ਲੈ ਉਹਨਾਂ ਨੂੰ ਸਿੱਖਿਆ ਵੀ ਬਖਸ਼ਿਸ਼ ਕੀਤੀ ਹੈ। ਅਲਪ ਬੈਸ ਮੈਂ ਸੁਮਤ ਕਰ ਪ੍ਰਣ ਠਾਨਿਓ ਹਰਿ ਰਾਏ। ਛੋਟੀ ਜੀ ਉਮਰਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਨੇ ਪ੍ਰਣ ਧਾਰਨ ਕਰ ਲਿਆ। ਬਾਗ ਪਿਤਾ ਮੈਂ ਕੇ ਸੁਨੇ ਰਾਖੇ ਹਿਰਦੈ ਟਿਕਾਏ। ਆਪਣੇ ਦਾਦਾ ਜੀ ਦੇ ਬਚਨ ਸੁਣ ਕਰਕੇ ਉਹਨਾਂ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਰੱਖ ਲਿਆ ਹੈ। ਚੌਪਈ ਸ੍ਰੀ ਹਰਗੋਬਿੰਦ ਪੁੱਤਰ ਨਿਹਾਰਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਨੂੰ ਵੇਖਿਆ ਹੈ। ਬਚਨ ਆਪਨੇ ਕੇ ਅਨੁਸਾਰਾ। ਸਤਿਗੁਰੂ ਵੇਖਦੇ ਨੇ ਕਿ ਸਦਾ ਹੀ ਗੁਰੂ ਹਰਿ ਰਾਏ ਸਾਹਿਬ ਜੀ ਆਪਣੇ ਦਾਦਾ ਜੀ ਦੇ ਬਚਨਾਂ ਦੇ ਅਨੁਸਾਰ ਰਹਿੰਦੇ ਹਨ। ਜਬ ਕਬ ਦੇਖੈ ਕਰ ਸੋ ਜਮਾ। ਜਦੇ ਕਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵੇਖਦੇ ਨੇ ਨਾ
ਕੀ ਤੱਕਦੇ ਨੇ? ਗੁਰੂ ਹਰਿਰਾਏ ਸਾਹਿਬ ਨੇ ਹਰ ਵਕਤ ਆਪਣਾ ਜਾਮਾ ਹੱਥ ਵਿੱਚ ਫੜਿਆ ਹੁੰਦਾ ਹੈ। ਗਮਨਤ ਸੰਕੋਚਤ ਅਬਰਮਾ, ਜਾਮੇ ਨੂੰ ਸੰਕੋਚ ਕਰਕੇ ਮਹਾਰਾਜ ਜੀ ਚੱਲਦੇ ਹਨ। ਦੀਰਘ ਸ਼ੋਰ ਨਾ ਕਬਹੂ ਚਾਲੇ, ਜਾਮੇ ਨੂੰ ਖੁੱਲਾ ਛੋੜ ਕੇ ਮਹਾਰਾਜ ਜੀ ਕਦੇ ਵੀ ਚੱਲਦੇ ਨਹੀਂ ਹਨ। ਪੈਰੈ ਸੂਖਮ ਜਹ ਸੋ ਪਾਲੇ, ਤੇ ਸਰੀਰ ਦੇ ਉੱਪਰ ਜਾਮਾ ਵੀ 100 ਪੱਲਿਆਂ ਵਾਲਾ ਹੀ ਪਹਿਨਣਾ ਹੈ। ਇਹ ਨਹੀਂ ਵੀ ਜਾਮਾ ਛੋਟਾ ਕਰ ਲਿਆ ਵੀ ਚਲੋ ਹੱਥ ਵਿੱਚ ਫੜਨਾ ਔਖਾ ਹੈ। ਜਿਵੇਂ ਅੱਜ ਕੱਲ੍ਹ ਸਿੱਖ ਕਹਿੰਦੇ ਨੇ ਕਿਰਪਾਨ ਜਮਾਂ ਹੀ ਛੋਟੀ ਜੀ ਹੋਵੇ ਵੀ ਪਤਾ ਹੀ ਨਾ ਲੱਗੇ ਕਿਸੇ ਨੂੰ, ਵੱਡੀ ਪਾਈ ਨਹੀਂ ਨਾ ਜਾਂਦੀ। ਉਂਝ ਭਾਵੇਂ ਹੱਥਾਂ ਦੇ ਵਿੱਚ 100 ਮੁੰਦਰੀਆਂ ਲਟਕਾਈਆਂ ਹੋਵਣ, ਗਲ ਵਿੱਚ ਸੰਗਲ ਵਰਗੀ ਚੈਨੀ ਲਟਕਾਈ ਹੁੰਦੀ, ਉਹ ਨਹੀਂ ਤੰਗ ਕਰਦੀ। ਸਿੱਖ ਨੂੰ ਕਿਰਪਾਨ ਜ਼ਰੂਰ ਤੰਗ ਕਰਦੀ। ਛੋਟੀ ਜੀ ਦਿਓ ਜੀ, ਪਤਾ ਨਾ ਲੱਗੇ। ਕਿਰਪਾਨ ਤਾਂ ਵੱਡੀ ਵੀ ਕੁਝ ਨਹੀਂ ਕਹਿੰਦੀ। ਆ ਛੋਟੀ ਕਿਰਪਾਨ ਤਾਂ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਹੈ, ਪਹਿਲਾਂ ਤਾਂ ਬੈਨ ਹੀ ਕਰ ਦਿੱਤੀ ਸੀ ਇਹਨਾਂ ਨੇ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੀ ਬਦੌਲਤ 9 ਇੰਚੀ ਜਿਹੜੀ ਕਿਰਪਾਨ ਸੀ, ਫਿਰ ਕਿਤੇ ਉਹਨਾਂ ਨੇ ਆਗਿਆ ਦਿੱਤੀ ਵੀ ਛੋਟੀ ਪਾ ਲਿਆ ਕਰੋ। ਪਹਿਲਾਂ ਤਾਂ 3.5 ਫੁੱਟੀਆਂ ਵੱਡੀਆਂ ਤੇਗਾਂ ਖਾਲਸੇ ਪੰਥ ਕੋਲ ਹੁੰਦੀਆਂ ਸਨ। ਤਾਂ ਸਾਧ ਸੰਗਤ ਜੀ ਕਹਿਣ ਤੋਂ ਭਾਵ ਹੈ ਵੀ ਸਮਾਂ ਇਹੋ ਜਿਹਾ ਆ ਗਿਆ ਵੀ ਅਸੀਂ ਕਹਿੰਦੇ ਆ ਜੀ ਕਿਰਪਾਨ ਛੋਟੀ ਹੋਵੇ ਤੇ ਫਿਰ ਪਾਣੀ ਵੀ ਉੱਤੋਂ ਨਹੀਂ, ਵੀ ਪਤਾ ਨਾ ਲੱਗ ਜਾਏ ਵੀ ਕਿਤੇ ਸਿੰਘ ਹੈ ਵੀ ਇਹਨੇ ਅੰਮ੍ਰਿਤ ਛਕਿਆ ਹੋਇਆ। ਤਾਂ ਬਾਣੀ ਪਤਾ ਕੀ ਕਹਿੰਦੀ? ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਜਿਨ੍ਹਾਂ ਪੁਰਖਾਂ ਨੇ ਆਪਣਾ ਗੁਰੂ ਲੁਕੋ ਲਿਆ। ਕਿਰਪਾਨ ਥੱਲੇ ਪਾਉਣ ਦਾ ਮਤਲਬ ਵੀ ਤੁਸੀਂ ਆਪਣਾ ਗੁਰੂ ਲੁਕੋ ਲਿਆ। ਤੁਸੀਂ ਜਨਾਣਾ ਨਹੀਂ ਚਾਹੁੰਦੇ ਵੀ ਮੈਂ ਗੁਰੂ ਵਾਲਾ, ਮੈਂ ਅੰਮ੍ਰਿਤ ਛਕਿਆ। ਤੇ ਨਰ ਬੁਰਿਆਰੀ ਉਹ ਬੁਰੇ ਪੁਰਸ਼ ਨੇ ਜਿਨ੍ਹਾਂ ਨੇ ਗੁਰੂ ਆਪਣਾ ਲੁਕੋਇਆ। ਇਸ ਵਾਸਤੇ ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਜੀ ਨੇ ਜਾਮਾ 100 ਪੱਲਿਆਂ ਵਾਲਾ ਹੀ ਪਹਿਨਿਆ। ਇਹ ਨਹੀਂ ਆ ਵੀ ਮੈਂ ਛੋਟਾ ਪਾ ਲਵਾਂ ਵੀ ਚਲੋ ਵੱਡਾ ਜਿਹੜਾ ਉਹ ਸੰਭਾਲਣਾ ਔਖਾ ਹੈ। ਕਹਿੰਦੇ ਜਾਮਾ ਵੀ 100 ਪੱਲਿਆਂ ਵਾਲਾ ਪਾਉਣਾ ਤੇ ਹਰ ਵਕਤ ਫੜ ਕੇ ਵੀ ਹੱਥ ਵਿੱਚ ਰੱਖਣਾ ਹੈ, ਕਿਉਂਕਿ ਦਾਦਾ ਜੀ ਦਾ ਹੁਕਮ ਹੈ ਜੇ ਜਾਮਾ ਵੱਡਾ ਤੇ ਉਹਨੂੰ ਹੱਥ ਵਿੱਚ ਫੜ ਕੇ ਰੱਖਣਾ ਹੈ। ਗੁਰ ਪ੍ਰਸੰਨਤਾ ਕਰਬੇ ਲਾਗੇ, ਇਸ ਗੱਲ ਕਰਕੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਉੱਪਰ ਬੜੀ ਪ੍ਰਸੰਨਤਾ ਕਰਨ ਲੱਗੇ ਹਨ। ਨਿਕਟ ਬਿਠਾਵੇਂ ਔਰ ਅਨੁਰਾਗੇ, ਹਿਰਦੇ ਵਿੱਚ ਅਨੁਰਾਗ ਪ੍ਰੇਮ ਧਾਰਨ ਕਰਕੇ ਪੋਤਰੇ ਨੂੰ ਕੋਲ ਬਿਠਾਉਂਦੇ ਹਨ। ਦਿਨ ਪ੍ਰਤ ਅਦਕ ਹੋਤ ਰੁਖ ਜਾਵੇ, ਜਿਉਂ-ਜਿਉਂ ਸਮਾਂ ਲੰਘਦਾ ਤਿਉਂ-ਤਿਉਂ 6ਵੇਂ ਪਾਤਸ਼ਾਹ ਦਾ ਰੁਖ 7ਵੇਂ ਪਾਤਸ਼ਾਹ ਵੱਲ ਹੁੰਦਾ ਹੈ। ਮਰਦਲ ਬਾਕ ਕਹੈ ਆਨੰਦ ਉਪਾਵੇ, ਬੜੇ ਕੋਮਲ ਮਿੱਠੇ ਬਚਨ ਕਹਿ ਕੇ ਮਹਾਰਾਜ ਹਿਰਦੇ ਵਿੱਚ ਆਨੰਦ ਨੂੰ ਪੈਦਾ ਕਰਦੇ ਹਨ। ਸਿੱਖ ਸੰਗਤ ਸਭ ਹਿਨ ਲਖ ਲੀਨਸ, ਸਤਿਗੁਰਾਂ ਦਾ ਝੁਕਾਵ ਵੇਖ ਕੇ ਸਿੱਖ ਸੰਗਤਾਂ ਨੇ ਵੀ ਇਸ ਗੱਲ ਨੂੰ ਜਾਣ ਲਿਆ ਹੈ। ਪੋਤਰੇ ਪਰ ਕਰੁਣਾ ਮਨ ਭੀਨਸ, ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਉੱਪਰ ਕਿਰਪਾ ਕਰ ਰਹੇ ਹਨ। ਸੂਰਜ ਮਲ ਪਿਤ ਆਛੈ ਚੀਨਾ, ਸਾਧ ਸੰਗਤ ਜੀ ਕਹਿੰਦੇ ਬਾਬਾ ਸੂਰਜਮਲ ਜੀ ਜਿਹੜੇ ਸਨ, ਉਹਨਾਂ ਨੇ ਵੀ ਆਪਣੇ ਪਿਤਾ ਜੀ ਦੇ ਅੰਦਰ ਦੀ ਗੱਲ ਨੂੰ ਸਮਝ ਲਿਆ ਹੈ। ਸ਼੍ਰੀ ਹਰਿ ਰਾਏ ਚਾਹੈ ਗੁਰ ਕੀਨਾ, ਸੂਰਜਮਲ ਜੀ ਮਹਾਰਾਜ ਜੀ ਦੇ ਪੁੱਤਰ ਸਨ। ਦੂਜੇ ਨੰਬਰ ਤੇ ਸਨ ਬਾਬਾ ਜੀ ਸੱਚਖੰਡ ਗਏ ਬਾਬਾ ਗੁਰਦਿੱਤਾ ਸਾਹਿਬ ਜੀ। ਉਸ ਤੋਂ ਬਾਅਦ ਘਰ ਵਿੱਚ ਵੱਡੇ ਬਾਬਾ ਸੂਰਜਮਲ ਜੀ ਸਨ। ਉਹ ਵੀ ਸੋਚਣ ਲੱਗੇ ਕਿ ਸਤਿਗੁਰ ਜੀ ਹੁਣ ਆਪਣੀ ਵਡਿਆਈ ਜਿਹੜੀ ਹੈ ਉਹ ਆਪਣੇ ਪੋਤਰੇ ਨੂੰ ਦੇਣਾ ਚਾਹੁੰਦੇ ਨੇ, ਗੁਰੂ ਹਰਿਰਾਏ ਸਾਹਿਬ ਨੂੰ ਗੁਰੂ ਬਣਾਉਣਾ ਚਾਹੁੰਦੇ ਹਨ। ਨਿਜ ਜਨਨੀ ਸੰਗ ਗਾਥ 부ਝਾਈ, ਤੇ ਸੂਰਜਮਲ ਜੀ ਨੇ ਆ ਕੇ ਫਿਰ ਆਪਣੀ ਮਾਤਾ ਜੀ ਨੂੰ ਸਾਰੀ ਗੱਲ ਦੱਸੀ ਹੈ। ਦਈ ਚਹਿਤ ਪੋਤਰੇ ਵਡਿਆਈ, ਮਾਤਾ ਮਰਵਾਈ ਜੀ ਨੂੰ ਆ ਕੇ ਕਹਿਣ ਲੱਗੇ, ਮਾਤਾ ਜੀ ਸਤਿਗੁਰ ਜੀ ਤਾਂ ਆਪਣੇ ਪੋਤਰੇ ਨੂੰ ਵਡਿਆਈ ਦੇਣਾ ਚਾਹੁੰਦੇ ਹਨ। ਤਥਾ ਨਾਨਕੀ ਸੁਧ ਸੁਨ ਪਾਈ, ਇਸ ਤਰ੍ਹਾਂ ਫਿਰ ਮਾਤਾ ਨਾਨਕੀ ਜੀ ਨੂੰ ਵੀ ਖਬਰ ਪ੍ਰਾਪਤ ਹੋ ਗਈ ਹੈ। ਮਰਵਾਹੀ ਜੁਤ ਚਿਤ ਦੁਚਤਾਈ, ਤੇ ਮਾਤਾ ਮਰਵਾਈ ਜੀ ਦੇ ਸਹਿਤ ਮਾਤਾ ਨਾਨਕੀ ਜੀ ਵੀ ਕਹਿੰਦੇ ਚਿੰਤਾ ਤੁਰ ਹੋ ਗਏ ਹਨ। ਕਰਹਿ ਵਿਚਾਰ ਕਹਾਂ ਇਹੋ ਭਾਵੈ, ਮਾਤਾ ਜੀ ਮਨ ਵਿੱਚ ਵਿਚਾਰ ਕਰਦੇ ਨੇ ਵੀ ਪਤਾ ਨਹੀਂ ਵੀ ਸਤਿਗੁਰਾਂ ਨੂੰ ਕੀ ਭਾਉਂਦਾ ਹੈ, ਕੀ ਚੰਗਾ ਲੱਗਦਾ ਹੈ। ਸੁਤ ਤਜ ਪੁੱਤਰ ਹੈ ਕਿਉ ਵਡਿਆਵੇ, ਆਪਣੇ ਪੁੱਤਰਾਂ ਦੇ ਹੁੰਦਿਆਂ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਵਡਿਆਉਂਦੇ ਹਨ। ਗੁਰ ਕੀ ਗਤ ਗੁਰੂ ਹੀ ਜਾਣਦਾ ਹੈ ਨਾ, ਕੋਈ ਦੂਜਾ ਨਹੀਂ ਜਾਣ ਸਕਦਾ ਮਹਾਰਾਜ ਜੀ ਦੇ ਭੇਦ ਨੂੰ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਹਾਡੀ ਗਤ ਮਿਤ ਮਹਾਰਾਜ ਤੁਸੀਂ ਆਪ ਹੀ ਜਾਣਦੇ ਹੋ। 3 ਪੁੱਤਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਅਰ ਗੁਰੂ ਤੇਗ ਬਹਾਦਰ ਸਾਹਿਬ ਜੀ ਮੌਜੂਦ ਸਨ ਸਰੀਰਕ ਤੌਰ ਤੇ।
ਮਾਤਾ ਜੀ ਸੋਚਦੇ ਨੇ ਉਸ ਦੇ ਬਾਵਜੂਦ ਵੀ ਪੁੱਤਰਾਂ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਵਡਿਆਉਂਦੇ ਹਨ। ਗੁਣ ਗਨ ਸਹਿਤ ਸਦਾ ਅਨੁਸਾਰੀ। ਹੁਣ ਛੋਟੇ ਪੋਤਰੇ ਜਿਹੜੇ ਗੁਣਾਂ ਦੇ ਸਹਿਤ ਤੇ ਸਦਾ ਹੀ ਪਿਤਾ ਜੀ ਦੇ ਅਨੁਸਾਰ ਵੀ ਸਨ। ਪਿਤਾ ਅਗਰ ਕੁਛ ਨ ਹੰਕਾਰੀ। ਤੇ ਮਾਤਾ ਨਾਨਕੀ ਜੀ ਵਿਚਾਰਦੇ ਨੇ ਵੀ ਮੇਰਾ ਪੁੱਤਰ ਸਭ ਤੋਂ ਛੋਟਾ ਗੁਣਾਂ ਦੇ ਸਹਿਤ ਵੀ ਹੈ ਤੇ ਇਹਨਾਂ ਨੇ ਕਦੇ ਆਪਣੇ ਪਿਤਾ ਦੇ ਸਾਹਮਣੇ ਆਪਣਾ ਹੰਕਾਰ ਵੀ ਜ਼ਾਹਰ ਨਹੀਂ ਕੀਤਾ। ਪ੍ਰਥਮ ਗੁਰਨ ਨਿਜ ਪੁੱਤਰ ਨਾ ਦੀਨ। ਪਹਿਲੇ ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਛੱਡ ਕੇ ਗੱਦੀ ਆਪਣੇ ਸੇਵਕ ਨੂੰ ਦਿੱਤੀ, ਕਿਉਂਕਿ ਬਾਬਾ ਲਖਮੀ ਦਾਸ ਜੀ ਤਾਂ ਪਹਿਲਾਂ ਹੀ ਸਣੇ ਸਰੀਰ ਸੱਚਖੰਡ ਚਾਲਾ ਪਾ ਗਏ ਸਨ ਤੇ ਬਾਬਾ ਸ਼੍ਰੀ ਚੰਦ ਜੀ ਕੋਲ ਮੌਜੂਦ ਸਨ। ਤਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਿਹੜੇ ਸਨ ਇਸ ਪ੍ਰਕਾਰ ਉਹਨਾਂ ਨੂੰ ਵੀ ਉਹਨਾਂ ਨੇ ਗੱਦੀ ਨਹੀਂ ਦਿੱਤੀ। ਨਹਿ ਆਪਣੇ ਅਨੁਸਾਰੀ ਚੀਨ। ਸਾਹਿਬ ਨੇ ਜਾਣ ਲਿਆ ਵੀ ਇਹ ਸਾਡੇ ਅਨੁਸਾਰੀ ਨਹੀਂ ਹਨ। ਸ਼੍ਰੀ ਚੰਦ ਅਰ ਲਖਮੀ ਦਾਸ। ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਪਿਤ ਸੇਵਾ ਨ ਕੀਨ ਹੁਲਾਸ। ਉਹਨਾਂ ਨੇ ਜੀਵਨ ਕਾਲ ਵਿੱਚ ਆਪਣੇ ਪਿਤਾ ਜੀ ਦੀ ਸੇਵਾ ਹੁਲਾਸ ਨਾਲ ਆਨੰਦ ਨਾਲ ਨਹੀਂ ਕੀਤੀ। ਤੇ ਮਹੀ ਦਾਸੂ ਦਾਤੂ ਸੁਨੇ। ਇਸ ਤਰ੍ਹਾਂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦੇ ਦੋ ਪੁੱਤਰ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਮਾਤਾ ਜੀ ਵਿਚਾਰਦੇ ਵੀ ਉਹਨਾਂ ਬਾਰੇ ਵੀ ਅਸੀਂ ਸੁਣਿਆ ਹੈ। ਪਿਤ ਅਨੁਸਾਰੀ ਨਾਹੇ ਨਾ ਬਨੇ। ਦੂਸਰੇ ਪਾਤਸ਼ਾਹ ਦੇ ਪੁੱਤਰ ਵੀ ਆਪਣੇ ਪਿਤਾ ਜੀ ਦੇ ਅਨੁਸਾਰੀ ਨਹੀਂ ਰਹੇ ਹਨ। ਮੋਹਨ ਅਪਰ ਮੋਹਰੀ ਦੋਏ। ਇਸ ਤਰ੍ਹਾਂ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਪੁੱਤਰ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ। ਤਿਸ ਬਿਦਹੀ ਤਿਨ ਕੀ ਗਤ ਜੋਏ। ਤੇ ਉਹਨਾਂ ਦੀ ਵੀ ਗਤ ਦਸ਼ਾ ਜਿਹੜੀ ਆ ਉਹ ਪਹਿਲੇ ਸਤਿਗੁਰਾਂ ਦੇ ਪੁੱਤਰਾਂ ਵਾਂਗੂ ਸੀ। ਸਭ ਤੇ ਊਚੋ ਪਿਤਾ ਹਮਾਰੋ। ਉਹ ਮਨ ਵਿੱਚ ਇਹੀ ਸੋਚਦੇ ਸਨ ਵੀ ਸਾਡੇ ਪਿਤਾ ਜੀ ਸਭ ਤੋਂ ਉੱਚੇ ਹਨ। ਜਗ ਜਾਚਕ ਗੁਰ ਏਕ ਦਾਤਾਰੋ। ਸਾਰਾ ਸੰਸਾਰ ਹੀ ਮੰਗਤਾ ਹੈ ਤੇ ਸਾਡੇ ਗੁਰੂ ਸਾਹਿਬ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹਨ। ਹਮ ਉੱਤਮ ਸਭ ਤੇ ਬੜ ਭਾਗੇ। ਇਸ ਕਰਕੇ ਅਸੀਂ ਉੱਤਮਾਂ ਤੇ ਸਾਰਿਆਂ ਤੋਂ ਵੱਡੇ ਭਾਗਾਂ ਵਾਲੇ ਆ। ਇਹ ਭਾਵਨਾ ਵੀ ਨਾ ਦੋ ਤਰ੍ਹਾਂ ਦੀ ਹੁੰਦੀ ਹੈ ਮਨੁੱਖ ਦੇ ਅੰਦਰ, ਵੀ ਇੱਕ ਤਾਂ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਸੋਚਦੇ ਵੀ ਸਾਡਾ ਪਿਤਾ ਸਭ ਤੋਂ ਉੱਚਾ, ਸਾਰਾ ਜਗਤ ਮੰਗਤਾ ਤੇ ਉਹ ਦਾਤਾਂ ਦੇਣ ਵਾਲੇ ਤੇ ਅਸੀਂ ਵੱਡੇ ਭਾਗਾਂ ਵਾਲੇ ਵੀ ਅਸੀਂ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਆ। ਇੱਕ ਤਾਂ ਹੰਕਾਰ ਵਾਲੀ ਬਿਰਤੀ ਹੁੰਦੀ ਹੈ। ਦੂਸਰੇ ਜਿਹੜੇ ਪ੍ਰਭੂ ਦੇ ਪਿਆਰ ਵਾਲੇ ਸੇਵਕ ਹੁੰਦੇ ਨੇ ਬਿਰਤੀ ਉਹਨਾਂ ਦੀ ਵੀ ਐਸੀ ਹੁੰਦੀ ਹੈ। ਜੈਸੇ ਬਾਣੀ ਵਿੱਚ ਮਹਾਰਾਜ ਕਹਿੰਦੇ ਹਮਰਾ ਠਾਕੁਰ ਸਭ ਤੇ ਉੱਚਾ ਰੈਣ ਦਿਨਸ ਤਿਸ ਗਾਵੋਰੇ। ਗੁਰੂ ਕੇ ਸਿੱਖ ਜਿਹੜੇ ਨੇ ਪਰਮੇਸ਼ਰ ਨੂੰ ਵੱਡਾ ਕਰਕੇ ਉਹਦੀਆਂ ਵਡਿਆਈਆਂ ਗਾਇਨ ਕਰਦੇ ਵੀ ਉਹ ਵੱਡਾ ਹੈ। ਤੇ ਸਾਡੇ ਵੀ ਵੱਡੇ ਭਾਗ ਨੇ ਵੀ ਸਾਨੂੰ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਣਾ ਨਸੀਬ ਹੋਇਆ ਵੀ ਜਿਹੜਾ ਮਾਲਕ ਸਭ ਤੋਂ ਉੱਚਾ ਸੀ ਉਹਦੇ ਸੇਵਕ ਆ। ਇਹ ਦੋ ਤਰ੍ਹਾਂ ਦੀ ਬਿਰਤੀ ਹੈ, ਇੱਕ ਤਾਂ ਹੰਕਾਰ ਦੇ ਸਹਿਤ ਤੇ ਇੱਕ ਨਿਮਰਤਾ ਤੇ ਪ੍ਰੇਮ ਦੇ ਸਹਿਤ। ਜਿਹੜੇ ਨਿਮਰਤਾ ਪ੍ਰੇਮ ਦੇ ਸਹਿਤ ਨੇ ਉਹਨਾਂ ਦੀ ਇਹ ਭਾਵਨਾ ਤਾਂ ਸਫਲ ਹੀ ਹੋ ਜਾਂਦੀ ਹੈ, ਪਰ ਜਿਹੜੇ ਹੰਕਾਰ ਦੇ ਸਹਿਤ ਇਹੋ ਜੀ ਭਾਵਨਾ ਰੱਖਦੇ ਨੇ ਉਹਨਾਂ ਦੀ ਇਹ ਭਾਵਨਾ ਪ੍ਰਭੂ ਦੇ ਦਰ ਤੇ ਕਦੇ ਕਬੂਲ ਨਹੀਂ ਹੁੰਦੀ। ਇਮ ਹੰਕਾਰ ਨ ਸੇਵਾ ਲਾਗੇ। ਇਸ ਤਰ੍ਹਾਂ ਹੰਕਾਰ ਦੇ ਵਿੱਚ ਆ ਕਰਕੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਪੁੱਤਰਾਂ ਨੇ ਵੀ ਸੇਵਾ ਨਹੀਂ ਕੀਤੀ। ਲੋਕਨ ਮੈਂ ਬਹੁ ਰਹਿ ਬੜਾਈ। ਲੋਕਾਂ ਦੇ ਵਿੱਚ ਬੜੀ ਵਡਿਆਈ ਦੇ ਸਹਿਤ ਰਹਿੰਦੇ ਹਨ। ਜਾਂ ਤੇ ਗੁਰੂ ਗਿਰਾ ਨਾ ਕਮਾਈ। ਇਸ ਵਾਸਤੇ ਉਹਨਾਂ ਨੇ ਆਪਣੇ ਪਿਤਾ ਗੁਰੂ ਦੇ ਬਚਨਾਂ ਦੀ ਵੀ ਕਮਾਈ ਨਹੀਂ ਕੀਤੀ। ਮਮ ਸੁਤ ਤੇਗ ਬਹਾਦਰ ਨੀਕੋ। ਮਾਤਾ ਨਾਨਕੀ ਜੀ ਵਿਚਾਰਦੇ ਵੀ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਸ੍ਰੇਸ਼ਟ ਹਨ। ਪਿਤ ਆਗਿਆ ਮੈਂ ਜਲ ਜੀ ਕੋ। ਕਿਉਂਕਿ ਉਹ ਆਪਣੇ ਪਿਤਾ ਜੀ ਦੀ ਆਗਿਆ ਦੇ ਵਿੱਚ ਸਦਾ ਰਹਿੰਦੇ ਤੇ ਚਿੱਤ ਵੀ ਉਹਨਾਂ ਦਾ ਉਜਲਾ ਪਵਿੱਤਰ ਹੈ। ਰਹਿ ਮਰਜੀ ਨ ਅਰਜੀ ਕਹੈ। ਸਦਾ ਸਤਿਗੁਰਾਂ ਦੀ ਮਰਜ਼ੀ ਵਿੱਚ ਰਹਿੰਦੇ ਨੇ। ਇਥੋਂ ਤਾਈਂ ਕਿ ਕਦੇ ਆਪਣੇ ਵਾਸਤੇ ਅਰਦਾਸ ਵੀ ਨਹੀਂ ਕਰਦੇ ਵੀ ਮਹਾਰਾਜ ਮੈਨੂੰ ਇਹ ਚਾਹੀਦਾ ਹੈ। ਗੁਰ ਕੋ ਕਰਿਓ ਪਿਖਤ ਮੁਦਲ ਹੈ। ਤੇ ਸਤਿਗੁਰੂ ਮਹਾਰਾਜ ਨੂੰ ਵੇਖ ਕਰਕੇ ਉਹਨਾਂ ਦਾ ਮਨ ਹੀ ਬੜਾ ਪ੍ਰਸੰਨ ਹੋ ਜਾਂਦਾ ਹੈ, ਬੜੇ ਖੁਸ਼ ਹੋ ਜਾਂਦੇ ਹਨ। ਅਪਰ ਬਿਕਾਰ ਆਦ ਹੰਕਾਰ। ਗੁਰ ਕੋ ਕਰਿਓ ਗੁਰੂ ਸਾਹਿਬ ਦਾ ਕੀਤਾ ਹੋਇਆ ਕੋਈ ਵੀ ਕਾਰਜ ਹੁੰਦਾ ਹੈ ਨਾ ਉਹਨੂੰ ਵੇਖ ਕੇ ਖੁਸ਼ ਹੋ ਜਾਂਦੇ ਵੀ ਮੇਰੇ ਪਿਤਾ ਜੀ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਹੈ।
ਇਸ ਤਰ੍ਹਾਂ ਹੋਰ ਜਿਹੜੇ ਵਿਕਾਰ ਤੇ ਹੰਕਾਰ ਆਦਿਕ ਹੈ, ਇਨਕੇ ਲੇਸ਼ ਨਾ ਹਿਰਦੈ ਮੁਝਾਰ। ਇਹ ਜਿਹੜੇ ਵਿਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਲੇਸ਼ ਮਾਤਰ ਵੀ ਨਹੀਂ ਹਨ। ਆਪ ਸਰਾਹਤ ਪੇ ਬਬਰੀ। ਮਾਤਾ ਨਾਨਕੀ ਜੀ ਵਿਚਾਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਈ ਵਾਰੀ ਆਪਣੇ ਸਭ ਤੋਂ ਛੋਟੇ ਪੁੱਤਰ ਦੀ ਸ਼ਲਾਘਾ ਕਰਦੇ ਹਨ। ਹੋਏ ਵਿਸਾਲ ਇਹੋ ਧੀਰਜ ਧਾਰੀ। ਸਤਿਗੁਰੂ ਕਹਿੰਦੇ ਵੀ ਇਹ ਬੜਾ ਮਹਾਨ ਵੱਡਾ ਵਿਸ਼ਾਲ ਹੋਵੇਗਾ, ਧੀਰਜ ਧਾਰੀ ਹੋਵੇਗਾ। ਬਹੁਰ ਬਚਨ ਸ਼ੁਭ ਕਹਿਓ ਸੁਨਾਈ। ਔਰ ਸਤਿਗੁਰਾਂ ਨੇ ਇਹ ਵੀ ਬਚਨ ਆਪਣੀ ਰਸਨਾ ਨਾਲ ਮੈਨੂੰ ਆਖਿਆ ਹੈ, ਇਸ ਕੇ ਸੁਤ ਹੈ ਗੁਣ ਸਮੁਦਾਈ। ਸਾਨੂੰ ਕਿਹਾ ਵੀ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਪੁੱਤਰ ਜਨਮ ਲਏਗਾ, ਅਰਥਾਤ ਆਪਣੇ ਪੋਤਰੇ ਦਾ ਜ਼ਿਕਰ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪੁੱਤਰ ਉਹ ਗੁਣਾਂ ਦਾ ਘਰ ਹੋਵੇਗਾ ਤੇ ਮਹਾਂਬਲੀ ਸੂਰਵੀਰ ਯੋਧਾ ਹੋਵੇਗਾ। ਹਿਰਦੈ ਕਹਾਂ ਅਬ ਕੰਤ ਵਿਚਾਰਾ। ਮਾਤਾ ਜੀ ਸੋਚਦੇ ਨੇ ਵੀ ਪਤਾ ਨਹੀਂ ਵੀ ਗੁਰੂ ਸਾਹਿਬ ਨੇ ਹੁਣ ਹਿਰਦੇ ਵਿੱਚ ਕੀ ਵਿਚਾਰ ਲਿਆ। ਇੱਕ ਪਾਸੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਵੀ ਮਹਾਰਾਜ ਸਾਨੂੰ ਦੱਸਦੇ ਨੇ ਵੀ ਉਹ ਬੜੇ ਮਹਾਂਬਲੀ ਬੜੇ ਸੂਰਬੀਰ ਨੇ, ਇਹਨਾਂ ਦੇ ਘਰ ਵਿੱਚ ਵੀ ਯੋਧਾ ਪ੍ਰਗਟ ਹੋਵੇਗਾ ਔਰ ਕਦੇ ਉਹਨਾਂ ਨੇ ਹੰਕਾਰ ਵੀ ਨਹੀਂ ਕੀਤਾ ਔਰ ਗੁਰੂ ਸਾਹਿਬ ਉਹਨਾਂ ਦਾ ਸਨਮਾਨ ਵੀ ਕਰਦੇ ਨੇ ਤੇ ਗੱਦੀ ਦੇਣੀ ਤਾਂ ਇਹਨਾਂ ਨੂੰ ਬਣਦੀ ਹੈ ਨਾ। ਹੁਣ ਇਹ ਨਹੀਂ ਪਤਾ ਵੀ ਮਹਾਰਾਜ ਸੱਚੇ ਪਾਤਸ਼ਾਹ ਪੋਤਰੇ ਦੇ ਉੱਪਰ ਇੰਨਾ ਜ਼ਿਆਦਾ ਪ੍ਰਸੰਨ ਕਿਉਂ ਰਹਿੰਦੇ ਹਨ। ਚਾਹੇ ਦੇਨ ਪਦ ਪੁੱਤਰ ਉਦਾਰਾ। ਹੁਣ ਸਤਿਗੁਰੂ ਆਪਣੀ ਗੁਰਤਾ ਗੱਦੀ ਦਾ ਜਿਹੜਾ ਪਦ ਆਪਣੇ ਪੋਤਰੇ ਨੂੰ ਦੇਣਾ ਚਾਹੁੰਦੇ ਹਨ। ਇਤੇ ਆਦਿਕ ਤਰਕਤ ਔਰ ਮਾਹੀ। ਕਵੀ ਜੀ ਕਹਿੰਦੇ ਇਸ ਪ੍ਰਕਾਰ ਮਾਤਾ ਨਾਨਕੀ ਜੀ ਹਿਰਦੇ ਵਿੱਚ ਤਰਕਾਂ ਕਰਦੇ ਹਨ। ਤਿਮ ਚਿਤਵਤ ਚਿਤ ਨਿਤ ਮਰਵਾਹੀ। ਇੱਕ ਪਾਸੇ ਮਾਤਾ ਨਾਨਕੀ ਜੀ ਦਾ ਚਿੱਤ ਸੋਚਣੀ ਵਿੱਚ ਹੈ ਤੇ ਦੂਜੇ ਪਾਸੇ ਮਹਾਰਾਜ ਜੀ ਦੇ ਦੂਜੇ ਮਹਿਲ ਮਾਤਾ ਮਰਵਾਈ ਜੀ ਉਹ ਵੀ ਨੇਤੀ ਚਿੱਤ ਵਿੱਚ ਵਿਚਾਰ ਕਰਦੇ ਹਨ। ਸੂਰਜ ਮਲ ਕੋ ਦੇਖ ਵਿਚਾਰੈ। ਆਪਣੇ ਪੁੱਤਰ ਬਾਬਾ ਸੂਰਜ ਮਲ ਜੀ ਨੂੰ ਵੇਖ ਕੇ ਵਿਚਾਰਦੇ ਹਨ। ਇਹੋ ਗੁਰ ਸੁਤ ਸਭ ਕਾਜ ਸੰਭਾਰੈ। ਕਿ ਸੂਰਜ ਮਲ ਗੁਰੂ ਦਾ ਪੁੱਤਰ ਗੁਰੂ ਘਰ ਦੇ ਵਿੱਚ ਸਾਰੇ ਗੁਰੂ ਘਰ ਦੇ ਕਾਰਜ ਸੰਭਾਲਦਾ ਹੈ। ਪਿਤ ਆਇਸ ਮੈਂ ਬਰਤਨ ਹਾਰਾ। ਸਦਾ ਆਪਣੇ ਪਿਤਾ ਜੀ ਦੀ ਆਗਿਆ ਵਿੱਚ ਰਹਿੰਦਾ ਹੈ। ਦੇਸ਼ਨ ਦੇਸ਼ ਮਸੰਦ ਉਧਾਰਾ। ਦੇਸਾਂ ਵਿਦੇਸਾਂ ਵਿੱਚੋਂ ਅਨੇਕਾਂ ਹੀ ਮਸੰਦ ਚੱਲ ਕੇ ਆਉਂਦੇ ਹਨ। ਲੈਬੋ ਦੇਬੋ ਕਾਜ ਬਿਸਾਲੇ। ਉਹਨਾਂ ਮਸੰਦਾਂ ਨਾਲ ਜਿਤਨਾ ਵੀ ਲੈਣ ਦੇਣ ਦਾ ਕਾਰਜ ਹੈ ਉਹ ਬਾਬਾ ਸੂਰਜਮਲ ਜੀ ਕਰਦੇ ਹਨ। ਸਗਰੇ ਕਰਤ ਸਮਤ ਕੇ ਨਾਲੇ। ਗੁਰੂ ਘਰ ਦੇ ਜਿਤਨੇ ਵੀ ਕਾਰਜ ਨੇ ਆਪਣੀ ਸ੍ਰੇਸ਼ਟ ਮੱਤ ਦੇ ਨਾਲ ਉਹ ਕਰਦੇ ਹਨ। ਦੇਗ ਖਰਚ ਆਦਿਕ ਗੁਰ ਘਰ ਕੇ। ਗੁਰੂ ਘਰ ਦੇ ਵਿੱਚ ਲੰਗਰਾਂ ਦਾ ਚੱਲਣਾ ਤੋਂ ਮਾਇਆ ਦੀ ਆਮਦਨ, ਮਾਇਆ ਦਾ ਖਰਚ ਹੋਣਾ, ਸੰਗਤਾਂ ਨੂੰ ਸਨਮਾਨਿਤ ਕਰਨਾ, ਮਸੰਦਾਂ ਨੂੰ ਸਰਪਾਉ ਆਦਿਕ ਦੇਣੇ, ਉਹ ਇਹ ਸਾਰੀ ਜਿਹੜੀ ਸੇਵਾ ਹੈ ਬਾਬਾ ਸੂਰਜਮਲ ਜੀ ਨਿਭਾ ਰਹੇ ਹਨ। ਸਕਲ ਚਲਾਵਤ ਹੈ ਬੁੱਧ ਕਰਕੇ। ਇਸ ਤਰ੍ਹਾਂ ਆਪਣੀ ਬੁੱਧੀ ਕਰਕੇ ਗੁਰੂ ਘਰ ਦੇ ਕਾਰਜ ਉਹ ਚਲਾਉਂਦੇ ਹਨ। ਜਗ ਗੁਰ ਇਸ ਕੀ ਦਿਸ਼ ਨਹਿ ਦੇਖਾ। ਪਰ ਪਤਾ ਨਹੀਂ ਵੀ ਕੀ ਗੱਲ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੂਰਜਮਲ ਵੱਲ ਵੇਖਿਆ ਤੱਕ ਨਹੀਂ ਹੈ। ਚਾਹੇ ਪੁੱਤਰ ਕੋ ਕਰਿਓ ਵਿਸ਼ੇਖਾ। ਪਤਾ ਨਹੀਂ ਸਤਿਗੁਰ ਜੀ ਕਿਉਂ ਆਪਣੇ ਪੋਤਰੇ ਨੂੰ ਇੰਨਾ ਮਹਾਨ ਵੱਡਾ ਕਰਨਾ ਚਾਹੁੰਦੇ ਹਨ। ਇਤੇ ਆਦਿਕ ਗੁਰ ਕਰਨੀ ਦਾਨ। ਕਵੀ ਜੀ ਕਹਿੰਦੇ ਇਸ ਪ੍ਰਕਾਰ ਸਤਿਗੁਰਾਂ ਦੇ ਦੋਨੇ ਜਿਹੜੇ ਮਹਿਲ ਹਨ ਚਿਤਵੈ ਗੁਰਤਾ ਨਿਜ ਨਿਜ ਭਾਉਨ। ਉਹ ਚਿੱਤ ਵਿੱਚ ਚਿਤਵਦੇ ਨੇ। ਮਾਤਾ ਮਰਵਾਈ ਜੀ ਇਹ ਸੋਚਦੇ ਨੇ ਵੀ ਗੁਰਤਾ ਗੱਦੀ ਮੇਰੇ ਪੁੱਤਰ ਸੂਰਜਮਲ ਨੂੰ ਪ੍ਰਾਪਤ ਹੋਵੇ ਤੇ ਦੂਜੇ ਪਾਸੇ ਮਾਤਾ ਨਾਨਕੀ ਜੀ ਇਹ ਚਿਤਵਦੇ ਨੇ ਵੀ ਗੁਰਤਾ ਗੱਦੀ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਾਪਤ ਹੋਵੇ। ਸਮੈ ਪਾਏ ਸ੍ਰੀ ਹਰਗੋਬਿੰਦ। ਕਵੀ ਜੀ ਕਹਿੰਦੇ ਇੱਕ ਦਿਨ ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅੰਤఃਪੁਰ ਮੈਂ ਆਏ ਆਨੰਦ। ਸਤਿਗੁਰ ਜੀ ਆਪਣੇ ਮਹਿਲਾਂ ਦੇ ਵਿੱਚ ਆਏ ਹਨ। ਨਿਜ ਸੁਤ ਹੇਤ ਕਹ ਹੈ ਮਰਵਾਹੀ। ਆਪਣੇ ਪੁੱਤਰ ਦੇ ਭਲੇ ਵਾਸਤੇ ਮਾਤਾ ਮਰਵਾਈ ਜੀ ਬੇਨਤੀ ਕਰਦੇ ਹਨ। ਉਚਿਤ ਬਾਤ ਕੀਜੈ ਚਿਤ ਚਾਹੀ। ਆਖਣ ਲੱਗੇ ਪਾਤਸ਼ਾਹ ਜੀ ਜਿਹੜੀ ਗੱਲ ਉਚਿਤ ਹੈ ਨਾ ਉਹ ਆਪ ਜੀ ਨੂੰ ਕਰਨੀ ਚਾਹੀਦੀ ਹੈ। ਸੂਰਜ ਮਲ ਵਡਿਆਈ ਜੋਗ। ਆਪ ਜੀ ਦਾ ਪੁੱਤਰ ਸੂਰਜਮਲ ਗੁਰਤਾ ਗੱਦੀ ਦੀ ਵਡਿਆਈ ਦੇ ਯੋਗ ਹੈ। ਬੜੋ ਪੁੱਤਰ ਏ ਸੁਮਤ ਸੰਜੋਗ। ਤੁਹਾਡਾ ਪੁੱਤਰ ਸ੍ਰੇਸ਼ਟ ਮਤ ਵਾਲਾ ਹੈ, ਗੁਰੂ ਘਰ ਦੀ ਸੇਵਾ ਵੀ ਕਰਦਾ ਹੈ, ਤੁਹਾਡੀ ਆਗਿਆ ਵਿੱਚ ਵੀ ਰਹਿੰਦਾ ਹੈ।
ਇਸ ਵਾਸਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਵਡਿਆਈ ਮਿਲਣੀ ਚਾਹੀਦੀ ਹੈ। ਸ੍ਰੀ ਗੁਰ ਦਿੱਤਾ ਉਤੋਂ ਵਡੇਰੋ, ਗੁਰੂ ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਗੁਰਤਾ ਉਚਿਤ ਸਭਨ ਸ਼ੁਭਹੇਰੋ। ਤੇ ਸਾਰਿਆਂ ਨੇ ਵੇਖਿਆ ਬਾਬਾ ਗੁਰਦਿੱਤਾ ਜੀ ਗੁਰਤਾ ਗੱਦੀ ਦੇ ਯੋਗ ਸਨ। ਪ੍ਰਾਨ ਅੰਤ ਓਚਕ ਤਿਨ ਹੋਵਾ, ਅਚਾਨਕ ਉਹਨਾਂ ਦੇ ਪ੍ਰਾਣਾਂ ਦਾ ਅੰਤ ਹੋ ਗਿਆ, ਉਹ ਸੱਚਖੰਡ ਪਿਆਨਾ ਕਰ ਗਏ ਹਨ। ਦੀਰਗ ਚਰਜ ਨਰਗਨ ਜੋਵਾ, ਇਹ ਜਿਹੜਾ ਭਾਰੀ ਅਚਰਜ ਸਾਰੇ ਲੋਕਾਂ ਨੇ ਅੱਖਾਂ ਨਾਲ ਵੇਖਿਆ ਹੈ। ਅਬ ਸੂਰਜ ਮਲ ਸੁਮਤ ਬਿਲੰਦ, ਹੁਣ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਸਤਿਗੁਰੂ ਆਪ ਜੀ ਦੇ ਜਿਹੜੇ ਪੁੱਤਰ ਸੂਰਜਮਲ ਜੀ ਨੇ ਉਹ ਪਰਿਵਾਰ ਵਿੱਚ ਵੱਡੇ ਹਨ। ਅਹੈ ਆਪ ਕੋ ਦੀਰਗ ਨੰਦ, ਤੇ ਸਭ ਤੋਂ ਵੱਡੀ ਗੱਲ ਹੈ ਜਿੱਥੇ ਉਹ ਸ੍ਰੇਸ਼ਟ ਬੁੱਧੀ ਵਾਲੇ ਸਿਆਣੇ ਨੇ ਉਥੇ ਮਹਾਰਾਜ ਤੁਹਾਡੇ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਹਨ। ਤਿਸ ਕੇ ਹੋਤ ਅਪਰਨੈ ਲਾਇਕ, ਔਰ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਪੁੱਤਰ ਬਾਬਾ ਸੂਰਜਮਲ ਜੀ ਦੇ ਸਮਾਨ ਕੋਈ ਦੂਜਾ ਇਸ ਵਡਿਆਈ ਦੇ ਲਾਇਕ ਹੋਵੇਗਾ। ਬਨੋ ਆਪ ਵਡਿਆਈ ਦਾਇਕ, ਕਿਰਪਾ ਕਰੋ ਮਹਾਰਾਜ ਆਪ ਜੀ ਰਹਿਮਤ ਕਰਕੇ ਆਪਣੇ ਪੁੱਤਰ ਨੂੰ ਵਡਿਆਈ ਦੀ ਦਾਤ ਬਖਸ਼ਿਸ਼ ਕਰੋ। ਜੇਸ਼ਟ ਪੁੱਤਰ ਗ੍ਰੰਥ ਲੈ ਰਾਖਾ, ਮਹਾਰਾਜ ਜੀ ਜਿਹੜਾ ਆਪ ਜੀ ਦਾ ਵੱਡਾ ਪੋਤਰਾ ਧੀਰਮਲ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਪਣੇ ਕੋਲ ਰੱਖ ਲਿਆ ਹੈ। ਮੈਂ ਹੋ ਗੁਰ ਸੰਗਤ ਮੈਂ ਭਾਖਾ, ਤੇ ਸਾਰੀ ਸੰਗਤ ਦੇ ਵਿੱਚ ਦਾਅਵਾ ਕਰ ਦਿੱਤਾ ਵੀ ਮੈਂ ਹੀ ਗੁਰੂ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ। ਕਪਟ ਆਪ ਤੇ ਕਰਤੈ ਰਹਿਓ, ਸਤਿਗੁਰੂ ਤੁਹਾਡੇ ਨਾਲ ਛਲ ਕਰਕੇ ਕਪਟ ਧੋਖਾ ਕਰਕੇ ਉਹ ਆਪ ਕਰਤਾਰਪੁਰ ਸਾਹਿਬ ਰਹਿ ਗਿਆ ਹੈ। ਤੁਮ ਅਧੀਨ ਹਵੈ ਨਹਿ ਪਦ ਲਹਿਓ, ਉਹ ਤੁਹਾਡੇ ਅਧੀਨ ਨਹੀਂ ਹੋਇਆ, ਇਸ ਕਰਕੇ ਕਿ ਉਹਨੂੰ ਇਹ ਪਦਵੀ ਕਦੇ ਵੀ ਪ੍ਰਾਪਤ ਨਹੀਂ ਹੋ ਸਕਦੀ। ਅੰਸ਼ ਗੁਰੂ ਅੰਗਦ ਕੀ ਜੋਏ, ਇਥੋਂ ਤਾਈਂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅੰਸ਼ ਹੈ, ਅਰਥਾਤ ਕਿ ਬਾਬਾ ਦਾਤੂ ਜੀ ਦਾ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ ਵਿੱਚ ਅਫਸੋਸ ਕਰਨ ਲਈ ਆ ਰਹੇ ਸਨ, ਜਿਨ੍ਹਾਂ ਨਾਲ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੀ ਸਨ। ਪਰ ਸਾਧ ਸੰਗਤ ਬਾਬਾ ਸੁੰਦਰ ਜੀ ਤਾਂ ਆ ਗਏ, ਪਰ ਬਾਬਾ ਦਾਤੂ ਜੀ ਦਾ ਜਿਹੜਾ ਪੁੱਤਰ ਸੀ ਉਹਨੂੰ ਧੀਰਮਲ ਨੇ ਚਤਰਾਈ ਦੇ ਨਾਲ ਆਪਣੀਆਂ ਗੱਲਾਂ ਵਿੱਚ ਲਾ ਕੇ ਤੇ ਕਰਤਾਰਪੁਰ ਸਾਹਿਬ ਰੱਖ ਲਿਆ। ਇਹ ਕਥਾ ਆਪਾਂ ਹੁਣੇ ਸਰਵਣ ਕੀਤੀ 3-4 ਦਿਨ ਪਹਿਲਾਂ। ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪੋਤਰੇ ਨੂੰ ਆਉਣ ਨਹੀਂ ਦਿੱਤਾ ਕੀਰਤਪੁਰ ਸਾਹਿਬ। ਇਸ ਕਰਕੇ ਮਾਤਾ ਮਰਵਾਈ ਜੀ ਇਹ ਗੱਲ ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪੋਤਰਾ ਸੀ, ਆਪਤ ਹੁਤੈ ਆਪ ਟਿਕ ਸੋਏ, ਸਤਿਗੁਰੂ ਆਪ ਜੀ ਦੇ ਦਰਸ਼ਨਾਂ ਵਾਸਤੇ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ। ਕਰ ਸਨਮਾਨ ਕਪਟ ਕੋ ਧਾਰੋ, ਮਨ ਵਿੱਚ ਕਪਟ ਧਾਰਨ ਕਰਕੇ ਧੀਰਮਲ ਨੇ ਉਹਦਾ ਵੀ ਬੜਾ ਸਨਮਾਨ ਕੀਤਾ ਹੈ। ਕਰਿਓ ਸਥਾਪਨ ਤਹ ਸੋ ਪਿਆਰ, ਬੜੇ ਪਿਆਰ ਦੇ ਨਾਲ ਉਹਨੇ ਆਪਣੇ ਨਾਲ ਉਹਨੂੰ ਰਲਾ ਲਿਆ ਤੇ ਤੁਹਾਡੇ ਕੋਲ ਆਉਣ ਨਹੀਂ ਦਿੱਤਾ। ਰਾਵਰ ਢਿਗਨੈ ਆਵਨ ਦੀਨ, ਇਸ ਤਰ੍ਹਾਂ ਮਹਾਰਾਜ ਜੀ ਕਪਟ ਰੱਖ ਕੇ ਉਹਨਾਂ ਨੇ ਆਪ ਜੀ ਦੇ ਕੋਲ ਗੁਰੂ ਅੰਗਦ ਦੇਵ ਸਾਹਿਬ ਦੇ ਪੋਤਰੇ ਨੂੰ ਨਹੀਂ ਆਉਣ ਦਿੱਤਾ। ਰਾਖਿਓ ਆਪਣੇ ਨਿਕਟ ਪਰਬੀਨ, ਆਪਣੀ ਚਤਰਾਈ ਕਰਕੇ ਆਪਣੇ ਕੋਲ ਹੀ ਉਸ ਨੂੰ ਰੱਖ ਲਿਆ ਹੈ। ਸੰਗਤ ਮੈਂ ਕਹਿ ਭਾਵਨ ਕਾਰਨ, ਹੁਣ ਰੱਖਣ ਦਾ ਕਾਰਨ ਕੀ ਸੀ ਵੀ ਸੰਗਤ ਦੇ ਵਿੱਚ ਇਹ ਗੱਲ ਗੁਰੂ ਅੰਗਦ ਦੇਵ ਸਾਹਿਬ ਦੇ ਪੋਤਰੇ ਕੋਲੋਂ ਕਹਾਈ ਜਾਵੇ ਵੀ ਧੀਰਮਲ ਗੁਰੂ ਹੈ, ਵੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਦਾ ਪੋਤਰਾ ਆਖੇਗਾ ਤੇ ਸੁਭਾਵਿਕ ਹੈ ਵੀ ਸੰਗਤ ਤਾਂ ਕਿਤੇ ਨਾ ਕਿਤੇ ਮੰਨੇਗੀ ਨਾ ਵੀ ਇਹ ਵੀ ਤਾਂ ਗੁਰੂ ਅੰਗਦ ਦੇਵ ਸਾਹਿਬ ਦੀ ਅੰਸ਼ ਹੈ। ਇਸ ਕਰਕੇ ਚਤਰਾਈ ਦੇ ਨਾਲ ਧੀਰਮਲ ਨੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੈ। ਧੀਰਮਲ ਗੁਰ ਕਰੈ ਉਚਾਰਨ, ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪੋਤਰਾ ਸੰਗਤ ਵਿੱਚ ਇਹ ਗੱਲ ਕਹਿੰਦਾ ਵੀ ਧੀਰਮਲ ਗੁਰੂ ਹੈ। ਇਹਦੇ ਆਦਿਕ ਛਲ ਬਲ ਬਹੁ ਧਰੈ, ਮਾਤਾ ਮਰਵਾਈ ਜੀ ਕਹਿੰਦੇ ਪਾਤਸ਼ਾਹ ਇਸ ਪ੍ਰਕਾਰ ਦਾ ਉਹ ਛਲ ਬਲ ਕਰਕੇ ਸੰਗਤ ਤੇ ਪੁਜਵਾਵਨ ਕਰੈ, ਧੀਰਮਲ ਸੰਗਤ ਦੇ ਕੋਲੋਂ ਆਪਣੀ ਪੂਜਾ ਕਰਾਉਂਦਾ ਹੈ। ਪਾਸ ਗ੍ਰੰਥ ਤੇ ਜਾਨੀ ਪਰ ਹੈ, ਸਤਿਗੁਰੂ ਦੇ ਪਾਸ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈ।
ਇਸ ਵਾਸਤੇ ਇਹ ਗੱਲ ਜਾਣੀ ਜਾ ਰਹੀ ਹੈ। ਬਹੁਤ ਤਨ ਪੂਜਾ ਕੋ ਤਹ ਚਰ ਹੈ। ਬਹੁਤ ਸਾਰੇ ਲੋਕ ਉਹਦੇ ਕੋਲ ਜਾਂਦੇ ਨੇ, ਪੂਜਾ ਦਾ ਧਨ ਉਹਨੂੰ ਚੜ੍ਹਦਾ ਹੈ। ਇਮ ਆਪਨ ਕਰ ਲੀਨ ਗੁਜ਼ਾਰਾ। ਸਤਿਗੁਰ ਜੀ ਤੁਹਾਡੇ ਵੱਡੇ ਪੋਤਰੇ ਨੇ ਤਾਂ ਇਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਲਿਆ ਹੈ। ਤੁਮਰੇ ਅਛਤ ਰਹਿਓ ਹੋਏ ਨਿਆਰਾ। ਤੁਹਾਡੇ ਹੁੰਦਿਆਂ ਤੁਹਾਡਾ ਪੋਤਰ ਤੁਹਾਡੇ ਤੋਂ ਵੱਖਰਾ ਹੋ ਕੇ ਰਹਿ ਰਿਹਾ ਹੈ। ਪੋਤਰਾ ਅਲਪ ਹੈ ਹਰ ਰਾਏ। ਤੇ ਜਿਹੜੇ ਹਰ ਰਾਏ ਜੀ ਨੇ ਉਹ ਤੁਹਾਡੇ ਛੋਟੇ ਪੋਤਰੇ ਹਨ। ਲਗ ਬੈ ਸਮਰੱਥ ਬਿਨਾ ਲਿਖਾਏ। ਉਹਨਾਂ ਦੀ ਨਾ ਉਮਰ ਅਜੇ ਬੜੀ ਛੋਟੀ ਹੈ। ਮੈਨੂੰ ਇਦਾਂ ਲੱਗਦਾ ਵੀ ਉਹਨਾਂ ਵਿੱਚ ਕੋਈ ਸਮਰੱਥਾ ਵੀ ਨਹੀਂ ਬਹੁਤੀ, ਤੇ ਨਾ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੋਝੀ ਹੈ ਵੀ ਉਹ ਗੁਰੂ ਬਣ ਕੇ ਗੱਦੀ ਤੇ ਬਹਿ ਜਾਣ ਤੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਨ। ਸੋ ਤੁਮ ਪਾਸ ਰਿਓ ਹਿਤ ਧਰ ਕੈ। ਸਤਿਗੁਰ ਜੀ ਤੁਹਾਡਾ ਛੋਟਾ ਪੋਤਰਾ ਹਿਤ ਕਰਕੇ ਆਪ ਜੀ ਦੇ ਪਾਸ ਰਹਿ ਰਿਹਾ ਹੈ। ਨਿਜ ਭਰਾਤਾ ਕੋ ਸੰਗ ਪਰ ਹਰ ਕੈ। ਉਹਨਾਂ ਨੇ ਆਪਣੇ ਭਰਾ ਧੀਰਮਲ ਦਾ ਸੰਗ ਛੱਡ ਦਿੱਤਾ ਹੈ। ਇਸ ਦਿਨ ਸੰਗਤ ਰਾਵਰ ਕੇਰੀ। ਦਿਨ ਰਾਤ ਉਹ ਤੁਹਾਡੀ ਸੰਗਤ ਦੇ ਵਿੱਚ ਰਹਿੰਦੇ ਹਨ। ਕਰਤ ਰਹਿਤ ਸ਼ੁਭ ਰਖ ਕੋ ਹੇਰੀ। ਆਪ ਜੀ ਦਾ ਰੁਖ ਵੇਖ ਕੇ ਸਦਾ ਤੁਹਾਡੇ ਨਾਲ ਰਹਿੰਦੇ, ਸੇਵਾ ਕਰਦੇ, ਤੁਹਾਡੇ ਬਚਨ ਸੁਣਦੇ ਹਨ। ਜਿਸ ਪਰ ਆਪ ਪ੍ਰਸੰਨਤਾ ਧਾਰਤ। ਜਿਸ ਕਰਕੇ ਆਪ ਆਪਣੇ ਛੋਟੇ ਪੋਤਰੇ ਉੱਪਰ ਬੜੀ ਪ੍ਰਸੰਨਤਾ ਕਰਦੇ ਹੋ। ਏਰਤ ਸਗਰੇ ਲੋਕ ਉਚਾਰਤ। ਤੇ ਇਸ ਤਰ੍ਹਾਂ ਤੁਹਾਡੇ ਵੱਲ ਵੇਖ ਕੇ ਮਹਾਰਾਜ ਜੀ ਉਹ ਸਾਰੀਆਂ ਸੰਗਤਾਂ ਇਹ ਗੱਲ ਕਹਿੰਦੀਆਂ ਹਨ। ਗੁਰਤਾ ਗਾਦੀ ਦਹੇ ਬਿਠਾਏ। ਕਿ ਸਤਿਗੁਰ ਜੀ ਆਪਣੇ ਛੋਟੇ ਪੋਤਰੇ ਨੂੰ ਗੁਰਤਾ ਗੱਦੀ ਤੇ ਬਿਠਾ ਦੇਣਗੇ। ਸਭ ਤੇ ਹਰੀ ਰਾਏ ਵਡਿਆਏ। ਤੇ ਸਾਰਿਆਂ ਤੋਂ ਜ਼ਿਆਦਾ ਆਪਣੇ ਪੋਤਰੇ ਹਰੀ ਰਾਏ ਜੀ ਨੂੰ ਮਹਾਰਾਜ ਵਡਿਆ ਰਹੇ ਹਨ। ਸੁਨ ਸੁਨ ਚਿਤ ਮੈਂ ਹੈ ਦੁਚਤਾਈ। ਇਹ ਗੱਲ ਸੁਣ ਸੁਣ ਕੇ ਮਹਾਰਾਜ ਮੇਰੇ ਚਿੱਤ ਦੇ ਵਿੱਚ ਬੜੀ ਭਾਰੀ ਚਿੰਤਾ ਪੈਦਾ ਹੁੰਦੀ ਹੈ। ਹਮ ਸੁਤ ਸਭ ਲਾਇਕ ਬਨ ਆਈ। ਜਿਹੜਾ ਮੇਰਾ ਪੁੱਤਰ ਹੈ ਸਭ ਤਰ੍ਹਾਂ ਲਾਇਕ ਹੈ, ਤੇ ਮੇਰੇ ਪੁੱਤਰ ਨੂੰ ਹੀ ਗੁਰਤਾ ਗੱਦੀ ਬਣ ਆਉਂਦੀ ਹੈ। ਗਾਦੀ ਉਚਿਤ ਲੈਨ ਕੇ ਇਹ। ਸਤਿਗੁਰੂ ਮੇਰਾ ਪੁੱਤਰ ਹੀ ਗੁਰਤਾ ਗੱਦੀ ਲੈਣ ਦੇ ਉਚਿਤ ਹੈ, ਕਿਉਂਕਿ ਘਰ ਦੇ ਵਿੱਚ ਉਹ ਵੱਡਾ ਪੁੱਤਰ ਹੈ। ਸੁਤ ਤਜ ਕਿਮ ਪੋਤਰੇ ਕੋ ਦੇਹ। ਤੇ ਆਪ ਜੀ ਆਪਣੇ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਗੱਦੀ ਕਿਵੇਂ ਦੇ ਸਕਦੇ ਹੋ? ਮੁਝ ਮਨ ਸੰਸੈ ਹੋਤ ਬਿਸਾਲਾ। ਜਿਸ ਕਰਕੇ ਮੇਰੇ ਮਨ ਦੇ ਵਿੱਚ ਭਾਰੀ ਸੰਸਾ ਹੁੰਦਾ ਹੈ। ਜਾਂ ਤੇ ਬੂਝਤ ਹੋ ਇਸ ਕਾਲਾ। ਇਸ ਵਾਸਤੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਦੀ ਹਾਂ। ਇਤੇ ਆਦਿਕ ਮਰਵਾਹੀ ਬੈਨ। ਇਸ ਤਰ੍ਹਾਂ ਜਦੋਂ ਮਾਤਾ ਮਰਵਾਈ ਜੀ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਸੁਨ ਸਤਿਗੁਰ ਔਰ ਕਰੁਣਾ ਐਨ। ਜਿਨ੍ਹਾਂ ਦੇ ਹਿਰਦੇ ਦੇ ਘਰ ਦੇ ਵਿੱਚ ਬੜੀ ਭਾਰੀ ਕਿਰਪਾ ਹੈ, ਕਿਰਪਾ ਦੇ ਘਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਹਿਲ ਦੇ ਐਸੇ ਬਚਨ ਸੁਣ ਕੇ ਕਹਿਓ ਨਾ ਚਿੰਤਾ ਕੀਜੈ ਕੋਈ। ਸਾਹਿਬ ਕਹਿਣ ਲੱਗੇ ਮਰਵਾਈ ਜੀ ਚਿੱਤ ਵਿੱਚ ਚਿੰਤਾ ਨਾ ਕਰੋ। ਗੁਰੂ ਸਤਨ ਕੋ ਕਮੀ ਨਾ ਹੋਈ। ਗੁਰੂ ਘਰ ਦੇ ਪੁੱਤਰਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਵੇਗੀ। ਕਮੀ ਤਾਂ ਉਹਨਾਂ ਨੂੰ ਹੋਵੇਗੀ ਜਿਹੜੇ ਟੁੱਟ ਜਾਣਗੇ, ਜਿਹੜੇ ਜੁੜੇ ਰਹਿਣਗੇ ਉਹਨਾਂ ਦੇ ਘਰ ਵੀ ਭਰੇ ਰਹਿਣਗੇ। ਤੁਸੀਂ ਮਨ ਵਿੱਚ ਇਹ ਨਾ ਚਿੰਤਾ ਰੱਖੋ ਵੀ ਜੇ ਤੁਹਾਡੇ ਪੁੱਤਰ ਨੂੰ ਗੁਰਤਾ ਗੱਦੀ ਨਹੀਂ ਮਿਲਦੀ ਤੇ ਉਹਨੂੰ ਕੁਝ ਨਹੀਂ ਮਿਲੇਗਾ, ਉਹਨੂੰ ਵੀ ਸਾਰਾ ਕੁਝ ਪ੍ਰਾਪਤ ਹੋਵੇਗਾ, ਉਹਦਾ ਵੀ ਸਨਮਾਨ ਹੋਵੇਗਾ। ਤਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਦੋਂ ਪਾਤਸ਼ਾਹ ਸੱਚਖੰਡ ਚੱਲੇ ਸਨ ਤੇ ਮਾਤਾ ਸੁਲੱਖਣੀ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਵਡਿਆਈ ਤਾਂ ਸੇਵਕ ਨੂੰ ਬਖਸ਼ ਦਿੱਤੀ ਹੈ, ਜੋ ਤੁਸੀਂ ਕੀਤਾ ਬਿਲਕੁਲ ਠੀਕ ਕੀਤਾ, ਜੋ ਤੁਹਾਨੂੰ ਚੰਗਾ ਲੱਗਾ ਉਹ ਆਪ ਜੀ ਨੇ ਕਰ ਦਿੱਤਾ ਹੈ, ਪਰ ਤੁਹਾਡੇ ਪੁੱਤਰ ਕੀ ਕਰਨਗੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਪੁੱਤਰ ਨੇ, ਇਹਨਾਂ ਦੇ ਕੋਲ ਵੀ ਸਭ ਕੁਝ ਹੋਵੇਗਾ, ਇਹਨਾਂ ਨੂੰ ਕਦੇ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਵੇਗੀ। ਔਰ ਐਸਾ ਹੀ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ 6ਵੇਂ ਪਾਤਸ਼ਾਹ ਤਾਈਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਰਹੇ, ਤੇ ਜਿੰਨੀ ਵੀ ਕਾਰ ਭੇਟਾ ਸੀ ਨਾ ਉਹਨਾਂ ਦੀ ਸੇਵਾ ਸੀ ਉਹ ਸਾਰੀ ਗੁਰੂ ਘਰ ਤੋਂ ਹੀ ਜਾਂਦੀ ਸੀ। ਜਿਹੜੀ ਮਾਇਆ ਸੀ ਉਹ ਮਹਾਰਾਜ ਆਪ ਭੇਜਿਆ ਕਰਦੇ ਸਨ, ਤੇ ਬਾਬਾ ਜੀ ਕਦੇ ਕਦਾਈ ਆਪ ਵੀ ਆਪਣੀ ਕਾਰ ਭੇਟਾ ਲੈਣ ਵਾਸਤੇ ਗੁਰੂ ਘਰ ਆਪੇ ਆ ਜਾਇਆ ਕਰਦੇ ਸਨ। ਤੋ ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਗੁਰ ਸੁਤਨ ਕੋ ਕਮੀ ਨਾ ਹੋਈ। ਗੁਰੂ ਦੇ ਪੁੱਤਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ। ਸਭ ਜਗ ਸਿੱਖ ਸੰਗਤ ਸੁਖ ਪਾਵੈ। ਔਰ ਸਾਡੇ ਸਾਹਿਬਜ਼ਾਦਿਆਂ ਪਾਸੋਂ ਸਾਰਾ ਜਗਤ, ਸਾਰੀਆਂ ਸੰਗਤਾਂ ਗੁਰੂ ਕੇ ਸਿੱਖ ਸੁੱਖਾਂ ਦੀ ਪ੍ਰਾਪਤੀ ਕਰਨਗੇ।
ਇਹਨਾਂ ਦਾ ਵੀ ਪੂਰਾ ਸਨਮਾਨ, ਇਹਨਾਂ ਦਾ ਵੀ ਪੂਰਾ ਸੰਗਤ ਵਿੱਚ ਆਦਰ ਸਤਕਾਰ ਹੋਵੇਗਾ। ਗੁਰ ਕੀ ਕਾਰ ਇਨੋ ਅਰ ਪਾਵਹਿ। ਤੇ ਗੁਰੂ ਘਰ ਦੀ ਜਿਹੜੀ ਮਾਇਆ ਹੋਵੇਗੀ ਨਾ, ਭੇਟਾ ਹੋਵੇਗੀ, ਉਹ ਸੰਗਤ ਇਹਨਾਂ ਨੂੰ ਵੀ ਭੇਟ ਕਰਿਆ ਕਰੇਗੀ। ਹਰ ਜੋ ਚਾਹਤ ਅਧਿਕ ਵਡਾਈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇਕਰ ਗੱਲ ਬਹੁਤੀ ਵਡਿਆਈ ਦੀ ਹੈ ਨਾ, ਅਰਥਾਤ ਵੀ ਜੇ ਗੱਲ ਗੁਰਤਾ ਗੱਦੀ ਦੀ ਹੈ, ਪੂਰਬ ਕੀ ਹੋਏ ਜਾਏ ਕਮਾਈ। ਸਤਿਗੁਰੂ ਕਹਿੰਦੇ ਜਿਸ ਦੀ ਕਮਾਈ ਪੂਰਬਲੀ ਹੋਵੇ, ਜਿਸ ਨੂੰ ਧੁਰ ਦਰਗਾਹੋਂ ਤੋਂ ਅਕਾਲ ਪੁਰਖ ਨੇ ਨਵਾਜਿਆ ਹੋਵੇ, ਉਚਤ ਜੋ ਸ਼੍ਰੀ ਨਾਨਕ ਮਸਨੰਦ। ਤੇ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੱਦੀ ਦੇ ਉਚਤ ਹੈ, ਸੋ ਬੈਠੇ ਗੋ ਭਾਗ ਬਿਲੰਦ। ਉਹੀ ਵੱਡੇ ਭਾਗਾਂ ਵਾਲਾ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇਗਾ। ਇਹ ਚੀਜ਼ ਤਾਂ ਸਾਡੇ ਹੱਥ ਵੱਸ ਵਿੱਚ ਵੀ ਨਹੀਂ ਕਿ ਅਸੀਂ ਗੱਦੀ ਆਪਣੀ ਮਰਜ਼ੀ ਨਾਲ ਕਿਸੇ ਨੂੰ ਦੇ ਸਕੀਏ। ਇਹ ਤਾਂ ਧੁਰ ਦਰਗਾਹੋਂ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਬਖਸ਼ਿਆ ਉਹੀ ਗੱਦੀ ਲੈਵਣਗੇ। ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ, ਤਖਤੈ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ। ਤਖਤ ਉੱਪਰ ਉਹੀ ਰਾਜਾ ਬੈਠੇਗਾ ਜਿਹੜਾ ਤਖਤ ਦੇ ਲਾਇਕ ਹੋਵੇਗਾ। ਔਰ ਮਹਾਰਾਜ ਕਹਿੰਦੇ ਵੀ ਇਹ ਗੱਦੀ ਆਪ ਸਤਿਗੁਰੂ ਧੁਰੋਂ ਲੈ ਕੇ ਆਏ। ਗੁਰੂ ਨਾਨਕ ਸਾਹਿਬ ਜੀ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਧੁਰੋਂ ਲੈ ਕੇ ਆਏ। ਆਪਣੀ ਸੇਵਾ ਦੂਜੇ ਜਾਮੇ ਵਿੱਚ ਆਪ ਕੀਤੀ, ਤੀਜੇ ਜਾਮੇ ਵਿੱਚ ਆਪਣੀ ਸੇਵਾ ਆਪ ਕੀਤੀ, ਚੌਥੇ ਜਾਮੇ ਵਿੱਚ ਹੁਕਮ ਵੀ ਆਪ ਮੰਨੇ, ਪੰਜਵੇਂ ਜਾਮੇ ਵਿੱਚ ਵੀ ਗੁਰੂ ਦੀ ਆਗਿਆ ਵਿੱਚ ਹੀ ਆਪ ਰਹੇ। ਤੋ ਆਪਣੀ ਗੱਦੀ ਵੀ ਆਪ ਮਹਾਰਾਜ ਨੇ ਪ੍ਰਾਪਤ ਕੀਤੀ ਤੇ ਆਪਣੀ ਸੇਵਾ ਵੀ ਆਪ ਕਰਦੇ ਰਹੇ। ਤੇ ਜਿਹੜੀ ਗੁਰਤਾ ਗੱਦੀ ਸੀ ਇੱਥੇ ਆ ਕੇ ਨਹੀਂ ਮਿਲੀ, ਇਹ ਗੁਰਤਾ ਗੱਦੀ ਧੁਰ ਤੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਲੈ ਕੇ ਆਏ ਸਨ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਕਮਾਈ ਪੂਰਬਲੀ ਹੋਵੇਗੀ, ਜਿਨ੍ਹਾਂ ਦੇ ਵੱਡੇ ਭਾਗ ਹੋਵਣਗੇ, ਜਿਨ੍ਹਾਂ ਨੂੰ ਧੁਰ ਤੋਂ ਅਕਾਲ ਪੁਰਖ ਨੇ ਰਹਿਮਤ ਦੇ ਕੇ ਇੱਥੇ ਭੇਜਿਆ, ਗੁਰਤਾ ਗੱਦੀ ਉੱਪਰ ਉਹੀ ਬੈਠੇਗਾ। ਇਹੋ ਕਿਸ ਹੂੰ ਕੇ ਕਰ ਮੈਂ ਨਹੀਂ। ਸਤਿਗੁਰੂ ਮਾਤਾ ਜੀ ਨੂੰ ਕਹਿੰਦੇ ਵੀ ਗੁਰਤਾ ਗੱਦੀ ਦੇਣੀ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈ। ਕਰੇ ਜਤਨ ਨੇ ਪ੍ਰਾਪਤ ਪਾਹੀ। ਭਾਵੇਂ ਕੋਈ ਮਨੁੱਖ ਲੱਖਾਂ ਯਤਨ ਕਰ ਲਵੇ, ਲੱਖਾਂ ਯਤਨਾਂ ਦੇ ਬਾਵਜੂਦ ਉਹਨੂੰ ਗੱਦੀ ਪ੍ਰਾਪਤ ਨਹੀਂ ਹੋ ਸਕਦੀ। ਪੁੱਤਰ ਆਦ ਸਨ ਬੰਦੀ ਸਾਰੇ। ਇਥੋਂ ਤਾਈਂ ਕਿ ਪੁੱਤਰ ਹੋਵਣ, ਭਾਵੇਂ ਰਿਸ਼ਤੇਦਾਰ ਸਾਕ ਸੰਬੰਧੀ ਹੋਵਣ, ਹੋਏ ਸਖਾ ਸੇਵਕ ਔਰ ਪਿਆਰੇ। ਭਾਵੇਂ ਕੋਈ ਸਖਾ ਹੋਵੇ, ਭਾਵੇਂ ਕੋਈ ਸੇਵਕ ਹੋਵੇ, ਅਜਰ ਜਰਨ ਕੋ ਪਾਵੈ ਸੋਈ। ਇਹਨਾਂ ਦੇ ਵਿੱਚੋਂ ਜਿਹੜਾ ਵੀ ਅਜਰ ਨੂੰ ਜਰ ਲੈਂਦਾ ਹੈ, ਭਾਵੇਂ ਪੁੱਤਰ ਹੋਵੇ, ਭਾਵੇਂ ਸਾਕ ਸੰਬੰਧੀ ਹੋਵਣ, ਭਾਵੇਂ ਕੋਈ ਮਿੱਤਰ ਹੋਵੇ ਤੇ ਭਾਵੇਂ ਸਾਡਾ ਸੇਵਕ ਹੋਵੇ, ਸਾਡੀ ਨਿਗਾਹ ਵਿੱਚ ਸਾਰੇ ਇੱਕੋ ਜਿਹੇ ਨੇ। ਬਾਣੀ ਦਾ ਫਰਮਾਨ ਵੀ ਹੈ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਇਹ ਨਹੀਂ ਵੀ ਸਾਡਾ ਪੁੱਤਰਾਂ ਲਈ ਪਿਆਰ ਵੱਖਰਾ ਤੇ ਸਿੱਖਾਂ ਲਈ ਵੱਖਰਾ ਹੈ। ਜਿਹੋ ਜਿਹਾ ਪਿਆਰ ਸਾਡਾ ਸੰਗਤ ਨਾਲ, ਉਹੋ ਜਿਹਾ ਪੁੱਤਰਾਂ ਦੇ ਨਾਲ। ਅਸੀਂ ਕੋਈ ਫਰਕ ਨਹੀਂ ਰੱਖਦੇ। ਤੇ ਸਾਡੇ ਪਰਿਵਾਰ ਵਿੱਚੋਂ ਗੁਰੂ ਕਲਗੀਧਰ ਜੀ ਨੇ ਤਾਂ ਅਰਦਾਸ ਕੀਤੀ ਹੈ ਨਾ, ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਜਿਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ, ਵਾਹਿਗੁਰੂ ਕਿਰਪਾ ਕਰੋ ਸੁਖੀ ਵਸੈ ਮੋਰੋ ਪਰਿਵਾਰ। ਮੇਰਾ ਪਰਿਵਾਰ ਸੁਖੀ ਵਸੇ। ਤਾਂ ਪਰਿਵਾਰ ਕਿਹੜਾ? ਮਹਾਰਾਜ ਕਹਿੰਦੇ ਸੇਵਕ ਸਿੱਖ ਸਭੈ ਕਰਤਾਰਾ। ਇਹ ਕਰਤਾਰ ਜੀ, ਇਹ ਜਿਹੜੇ ਸੇਵਕ ਸਿੱਖ ਨੇ ਇਹ ਮੇਰਾ ਪਰਿਵਾਰ ਨੇ, ਮੇਰਾ ਪਰਿਵਾਰ ਸੁਖੀ ਵਸੇ। ਤਾਂ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੀ ਸੰਗਤ ਹੈ। ਤਾਂ ਇਸ ਸੰਗਤ ਦੇ ਵਿੱਚ ਭਾਵੇਂ ਉਹਨਾਂ ਦੇ ਆਪਣੇ ਪੁੱਤਰ ਹੋਵਣ, ਭਾਵੇਂ ਸਾਕ ਸੰਬੰਧੀ, ਭਾਵੇਂ ਰਿਸ਼ਤੇਦਾਰ, ਭਾਵੇਂ ਮਿੱਤਰ ਹੋਵਣ, ਉਹ ਸਭ ਸੰਗਤ ਰੂਪ ਵਿੱਚ ਆਉਂਦੇ ਨੇ। ਤੇ ਇਹਨਾਂ ਵਿੱਚੋਂ ਜਿਹੜਾ ਸੇਵਕ ਬਣ ਜਾਂਦਾ ਹੈ, ਸੇਵਕ ਬਣ ਕੇ ਹੁਕਮ ਮੰਨਦਾ ਹੈ ਤੇ ਅਜਰ ਨੂੰ ਜਰ ਲੈਂਦਾ ਹੈ, ਗੁਰਤਾ ਗੱਦੀ ਕੇਵਲ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਪ੍ਰਭ ਕੀ ਕਿਰਪਾ ਜਾਸ ਪਰ ਹੋਈ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਉੱਪਰ ਫਿਰ ਰੱਬ ਦੀ ਮਿਹਰ ਹੋਵੇ, ਇਹ ਗੁਰਤਾ ਗੱਦੀ ਅਸੀਂ ਉਹਨਾਂ ਨੂੰ ਬਖਸ਼ਿਸ਼ ਕਰਾਂਗੇ। ਕਿਉਂਕਿ ਇਹ ਸਾਡੇ ਹੱਥ ਵੱਸ ਵਿੱਚ ਵੀ ਨਹੀਂ ਕਿ ਗੱਦੀ ਅਸੀਂ ਦੇਣੀ ਹੈ। ਮਹਾਰਾਜ ਕਹਿੰਦੇ ਅੰਦਰਲਾ ਭੇਦ ਤੁਹਾਨੂੰ ਦੱਸ ਰਹੇ ਹਾਂ, ਗੱਦੀ ਦੇਣੀ ਸਾਡੇ ਹੱਥ ਵੱਸ ਵਿੱਚ ਵੀ ਨਹੀਂ ਹੈ। ਛਲ ਬਲ ਆਦ ਸਮਤ ਬੋ ਕਰਨੀ। ਜੇਕਰ ਕੋਈ ਮਨੁੱਖ ਛਲ ਬਲ ਕਰਕੇ, ਆਪਣੀ ਬੁੱਧੀ ਦੀ ਵਰਤੋਂ ਕਰਕੇ, ਜਤਨ ਅਨੇਕਨ ਬੋ ਬਿਦ ਬਰਨੀ। ਜੇਕਰ ਅਨੇਕਾਂ ਯਤਨਾਂ ਦੇ ਨਾਲ ਗੱਦੀ ਲੈਣ ਦਾ ਯਤਨ ਕਰੇ, ਉਹਨੂੰ ਨਹੀਂ ਪ੍ਰਾਪਤ ਹੋ ਸਕਦੀ। ਇਹ ਕਿਸ ਹੂੰ ਕੇ ਹੱਥ ਨਾ ਆਵੇ। ਇਹ ਜਿਹੜੀ ਗੱਦੀ ਕਿਸੇ ਦੇ ਵੀ ਹੱਥ ਨਹੀਂ ਆ ਸਕਦੀ। ਕਰੈ ਖੋਟ ਜੋ ਤਸ ਫਲ ਪਾਵੇ। ਹਾਂ, ਜਿਹੜਾ ਖੋਟ ਕਮਾਏਗਾ ਨਾ ਇਸ ਗੱਦੀ ਦੇ ਨਾਲ, ਉਹਨੂੰ ਫਲ ਵੀ ਉਦਾਂ ਦਾ ਮਿਲੇਗਾ।
ਜਦੋਂ ਬਾਬਾ ਦਾਤੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਲੱਤ ਮਾਰਦੇ ਨੇ ਨਾ, ਤੇ ਨਾਲ ਕਹਿੰਦੇ ਵੀ ਚਲੇ ਜਾਓ ਜੇ ਭਲਾ ਚਾਹੁੰਦੇ ਹੋ। ਤੇ ਗੁਰੂ ਅਮਰਦਾਸ ਮਹਾਰਾਜ ਜੀ ਉੱਥੋਂ ਉੱਠ ਕੇ ਤੇ ਗਵਾਲੇ ਦੇ ਕੋਠੇ ਵਿੱਚ ਆ ਕੇ ਬਹਿ ਗਏ। ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਵੀ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਕੋਈ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਟ ਕੀਤਾ, ਉੱਥੇ ਸਥਾਨ ਸੰਨ ਸਾਹਿਬ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਚਲੇ ਗਏ ਤੇ ਖਾਲੀ ਹੋ ਗਿਆ ਘਰ, ਤੇ ਬਾਬਾ ਦਾਤੂ ਨਾ ਗੱਦੀ ਲਾ ਕੇ ਬਹਿ ਗਿਆ ਸਵੇਰੇ, ਤੇ ਕਿਸੇ ਨੇ ਆ ਕੇ ਪੂਜਾ ਨਹੀਂ ਕੀਤੀ। ਸੰਗਤਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਲੱਭਣ, ਤੇ ਬਾਬੇ ਦਾਤੂ ਨੇ ਵੇਖਿਆ ਵੀ ਇੱਥੇ ਤਾਂ ਪੂਜਾ ਨਹੀਂ ਹੋਣੀ, ਤੇ ਖਡੂਰ ਸਾਹਿਬ ਹੀ ਚੱਲਦੇ ਹਾਂ ਆਪਾਂ। ਉਹਨਾਂ ਨੇ ਫਿਰ ਘਰ ਦੇ ਵਿੱਚ ਜਿੰਨੇ ਬਸਤਰ, ਗਹਿਣਾ ਗੱਟਾ, ਮਾਇਆ, ਜੋ ਕੁਝ ਵੀ ਮਿਲਿਆ ਸਾਰਾ ਕੁਝ ਇਕੱਠਾ ਕਰ ਲਿਆ। 4-5 ਸੇਵਕ ਨਾਲ ਸਨ, ਤੇ ਸ਼ਾਮ ਨੂੰ ਖਡੂਰ ਸਾਹਿਬ ਨੂੰ ਚੱਲ ਪਏ। ਰਾਹ ਵਿੱਚ ਹਨੇਰਾ ਹੋ ਗਿਆ, ਤੇ ਰਸਤੇ ਦੇ ਵਿੱਚ ਅੱਗੋਂ ਫਿਰ ਠੱਗ ਟੱਕਰ ਗਏ। ਉਹਨਾਂ ਨੇ ਬਾਬੇ ਦਾਤੂ ਕੋਲੋਂ ਸਮਾਨ ਵੀ ਖੋਹ ਲਿਆ, ਪੈਸਾ ਵੀ ਖੋਹ ਲਿਆ, ਤੇ ਜਿਹੜੇ ਉਹ ਨਾਲ ਬਾਬਾ ਜੀ ਦੇ ਚਮਚੇ ਸਨ ਉਹ ਵੀ ਭੱਜ ਗਏ ਸਾਰੇ। ਉਹਨਾਂ ਨੇ ਵੇਖਿਆ ਵੀ ਠੱਗ ਆ ਗਏ ਨੇ, ਕਿਤੇ ਅਸੀਂ ਨਾ ਮਾਰੇ ਜਾਈਏ। ਉਹ ਵੀ ਦੌੜ ਗਏ, ਤੇ ਬਾਬਾ ਦਾਤੂ ਜੀ ਇਕੱਲੇ ਰਹਿ ਗਏ। ਇੱਥੋਂ ਤਾਈਂ ਕਿ ਉਹਨਾਂ ਨੇ ਸਰੀਰ ਦੇ ਕੱਪੜੇ ਵੀ ਲਾਹ ਲਏ, ਤੇ ਖਾਲੀ ਹੱਥ ਖਡੂਰ ਸਾਹਿਬ ਆਏ। ਮਨ ਵਿੱਚ ਸੋਚਣ ਲੱਗੇ ਵੀ ਚੰਗੀ ਗੱਦੀ ਲੈਣ ਗਿਆ ਸੀ, ਕੱਪੜੇ ਵੀ ਲਵਾ ਬੈਠਾ ਆਪਣੇ। ਤਾਂ ਜਿਹੜਾ ਗੁਰੂ ਨਾਨਕ ਸਾਹਿਬ ਦੀ ਗੱਦੀ ਨਾਲ ਖੋਟ ਕਮਾਉਂਦਾ ਉਹਨੂੰ ਫਲ ਵੀ ਵੈਸਾ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰੂ ਘਰ ਦੇ ਨਾਲ ਛਲ ਨਾ ਕਮਾਈਏ, ਗੁਰੂ ਨਾਲ ਕਦੇ ਛਲ ਕਰਨ ਦਾ ਯਤਨ ਨਾ ਕਰੀਏ। ਇੱਥੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਕਰ ਹੈ ਖੋਟ ਜੋ ਤਸ ਫਲ ਪਾਵੈ। ਜਿਹੜਾ ਖੋਟ ਕਰੇਗਾ, ਛਲ ਕਰੇਗਾ, ਉਹਨੂੰ ਤੈਸਾ ਹੀ ਫਲ ਪ੍ਰਾਪਤ ਹੋਵੇਗਾ। ਇਮ ਕਹਿ ਕੇ ਪਤਿਵ੍ਰਤਾ ਸੋ ਧਾਰਾ। ਇਸ ਤਰ੍ਹਾਂ ਮਹਾਰਾਜ ਨੇ ਮਾਤਾ ਮਰਵਾਈ ਜੀ ਨੂੰ ਸਮਝਾਇਆ ਹੈ। ਸਮਝਾਈ ਬਿਰਧ ਬਾਗ ਉਚਾਰਾ। ਸਤਿਗੁਰਾਂ ਨੇ ਬੜੇ ਸ੍ਰੇਸ਼ਟ ਚੰਗੇ ਬਚਨ ਕਹਿ ਕੇ ਮਾਤਾ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਤਉ ਇਕ ਮਨ ਭਈ ਨਾ ਸੋਈ। ਫਿਰ ਵੀ ਮਾਤਾ ਜੀ ਦਾ ਮਨ ਜਿਹੜਾ ਨਾ ਇੱਕ ਮਨ ਨਾ ਹੋ ਸਕਿਆ। ਸੁਤ ਦਿਸ਼ ਤੇ ਚਿੰਤਾ ਚਿਤ ਪੋਈ। ਉਹਨਾਂ ਦਾ ਜਿਹੜਾ ਚਿੱਤ ਸੀ ਨਾ ਉਹ ਚਿੰਤਾ ਵਿੱਚ ਰਹਿੰਦਾ ਸੀ ਵੀ ਮੇਰਾ ਪੁੱਤਰ ਕੀ ਕਰੇਗਾ, ਵੀ ਜੇ ਵਡਿਆਈ ਪੋਤਰੇ ਨੂੰ ਮਿਲ ਗਈ ਮੇਰਾ ਪੁੱਤਰ ਤਾਂ ਖਾਲੀ ਰਹਿ ਜਾਵੇਗਾ। ਪੋਤਰੇ ਸਕਲ ਵਸਤ ਕਿਉ ਲੇਤ। ਇਸ ਤਰ੍ਹਾਂ ਉਹਨਾਂ ਦਾ ਪੋਤਰਾ ਸਾਰੀਆਂ ਵਸਤੂਆਂ ਨੂੰ ਪ੍ਰਾਪਤ ਕਰ ਲਏਗਾ। ਸੁਤ ਬੈਠੇ ਕਹੋ ਕਿਉ ਨਹਿ ਦੇਤ। ਮਾਤਾ ਹਮੇਸ਼ਾ ਹੀ ਸੋਚਦੀ ਰਹਿੰਦੀ ਵੀ ਜਦੋਂ ਪੁੱਤਰ ਵੱਡਾ ਘਰ ਵਿੱਚ ਬੈਠਾ, ਇਹਨਾਂ ਨੂੰ ਗਰਿਆਈ ਮਹਾਰਾਜ ਕਿਉਂ ਨਹੀਂ ਦਿੰਦੇ। ਜਬ ਕਬ ਗੁਰ ਦਰਸ਼ਨ ਕੋ ਪਾਏ। ਜਦੋਂ ਵੀ ਮੌਕਾ ਮਿਲਦਾ ਮਾਤਾ ਮਰਵਾਈ ਜੀ ਸਤਿਗੁਰਾਂ ਦੇ ਜਦੋਂ ਦਰਸ਼ਨ ਪ੍ਰਾਪਤ ਕਰਦੇ ਹਨ, ਇਸ ਪ੍ਰਸੰਗ ਕੋ ਦੇਤ ਚਲਾਏ। ਤੇ ਮਾਤਾ ਜੀ ਆਪ ਹੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ, ਬੇਨਤੀ ਕਰਦੇ ਹਨ, ਮਨ ਮੇਰੋ ਨੈ ਥਿਰਤਾ ਪਾਵੈ। ਸਤਿਗੁਰ ਜੀ ਮੇਰਾ ਮਨ ਨਾ ਜਿਹੜਾ ਉਹ ਟਿਕਾ ਦੇ ਵਿੱਚ ਨਹੀਂ ਆਉਂਦਾ। ਤਜਹਿ ਪੁੱਤਰ ਪੋਤਰਾ ਬੜੇ ਆਵੈ। ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਤੁਸੀਂ ਆਪਣਾ ਪੁੱਤਰ ਛੱਡ ਕੇ ਪੋਤਰੇ ਨੂੰ ਕਿਉਂ ਵਡਿਆ ਰਹੇ ਹੋ। ਮਿਰਦ ਬਾਕਨ ਕਹਦੇ ਗੁਰ ਧੀਰ। ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਮਰਵਾਈ ਜੀ ਨੂੰ ਧੀਰਜ ਦਿੰਦੇ ਹਨ। ਸਕਲ ਵਸਤ ਹੈ ਤੁਮਰੇ ਤੀਰ। ਸਾਹਿਬ ਕਹਿੰਦੇ, ਮਰਵਾਈ ਜੀ ਦੁਨੀਆ ਦੀ ਹਰ ਪ੍ਰਕਾਰ ਦੀ ਵਸਤੂ ਤੁਹਾਡੇ ਕੋਲ ਹੈ, ਤੁਵ ਸੁਤ ਕੋ ਨਾ ਕਮੀ ਕਿਸ ਰੀਤ। ਤੇ ਨਾ ਹੀ ਤੁਹਾਡੇ ਪੁੱਤਰ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਰਹੇਗੀ। ਨਿਸ਼ਚੈ ਧਰੋ ਆਪਣੇ ਚੀਤ। ਇਸ ਵਾਸਤੇ ਆਪਣੇ ਚਿੱਤ ਦੇ ਵਿੱਚ ਨਿਸ਼ਚਾ ਧਾਰਨ ਕਰੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਭਰਨਗੇ। ਉਹ ਸਮਤੇ ਨੈ ਸੋ ਸਹਿ ਧਰੀਐ। ਸਤਿਗੁਰੂ ਕਹਿੰਦੇ, ਹੇ ਸ੍ਰੇਸ਼ਟ ਮਤ ਵਾਲੀ, ਤੁਸੀਂ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੋ। ਗੁਰ ਸਤ ਸਭ ਕੇ ਪੂਜ ਵਿਚਰੀਐ। ਜਿਹੜੇ ਗੁਰੂ ਦੇ ਪੁੱਤਰ ਹਨ ਉਹ ਸਾਰਿਆਂ ਦੇ ਲਈ ਪੂਜਨੀਕ ਹਨ। ਮਾਨਹਿਗੇ ਸਿੱਖ ਸੰਗਤ ਸਾਰੇ। ਸਾਡੇ ਸਾਰੇ ਸਿੱਖ ਸਾਰੀਆਂ ਸੰਗਤਾਂ ਗੁਰੂ ਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਮੰਨਣਗੇ। ਅਰਪਹਿਗੇ ਸ਼ੁਭ ਵਸਤ ਉਧਾਰੇ। ਤੇ ਸ੍ਰੇਸ਼ਟ ਤੋਂ ਸ੍ਰੇਸ਼ਟ ਵਸਤੂਆਂ ਜਿਹੜੀਆਂ ਲਿਆ ਕੇ ਅਰਪਿਆ ਕਰਨਗੇ। ਦੋਹਰਾ ਸ਼੍ਰੀ ਸਤਿਗੁਰ ਜੋਧਾ ਬਲੀ ਬਸ ਭਗਤਨ ਕੇ ਨੀਤ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਬਲੀ ਯੋਧੇ ਸੂਰਬੀਰ ਹਨ, ਸਦਾ ਆਪਣੇ ਭਗਤਾਂ ਦੇ ਵਸ ਦੇ ਵਿੱਚ ਰਹਿਣ ਵਾਲੇ ਹਨ। ਇੱਕ ਦਿਨ ਬੈਠੇ ਸਭਾ ਮੈਂ ਦਰਸੈ ਸਿੱਖ ਮੁਦ ਚੀਤ। ਇੱਕ ਦਿਨ ਮਹਾਰਾਜ ਜੀ ਆਪਣੀ ਸਭਾ ਵਿੱਚ ਬੈਠੇ ਹੋਏ ਨੇ,
ਤੇ ਗੁਰਸਿੱਖ ਪਿਆਰੇ ਗੁਰਦੇਵ ਦੇ ਦਰਸ਼ਨ ਕਰ ਰਹੇ ਨੇ। ਚਿਹਰਾ ਸਤਿਗੁਰਾਂ ਦਾ ਵੇਖ ਵੇਖ ਕੇ ਸਿੱਖਾਂ ਦਾ ਹਿਰਦਾ ਖਿੜਦਾ ਜਾਂਦਾ ਹੈ। ਜੋ ਪਈ ਕਿਨਹੂ ਖਬਰ ਆਏ ਤਬ ਦੀਨ, ਤੇ ਕਿਸੇ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਬਰ ਦਿੱਤੀ ਹੈ ਗੋਇੰਦਵਾਲ ਬਾਸ ਜਿਨ ਕੀਨ, ਕਿ ਜਿਨ੍ਹਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਪਾਵਨ ਨਗਰ ਵਿੱਚ ਵਾਸਾ ਕੀਤਾ ਹੈ। ਭਲਿਆਨ ਕੀ ਕੁਲ ਭਗਤ ਬਿਸਾਲਾ, ਜਿਹੜੀ ਭਲਿਆਂ ਦੀ ਕੁੱਲ ਹੈ ਉਹ ਭਗਤਾਂ ਦੀ ਕੁੱਲ ਹੈ। ਕਿਉਂਕਿ ਭਾਵੇਂ ਬਾਬਾ ਮੋਹਰੀ ਜੀ ਉਹਨਾਂ ਨੇ ਸੇਵਾ ਕੀਤੀ ਮਹਾਰਾਜ ਜੀ ਦੀ, ਪਰ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਤੇ ਬਾਬਾ ਮੋਹਰੀ ਜੀ ਨੇ ਉੱਠ ਕੇ ਸਭ ਤੋਂ ਪਹਿਲਾਂ ਮੱਥਾ ਟੇਕਿਆ। ਤਾਂ ਰਾਮਕਲੀ ਸਾਧ ਵਿੱਚ ਬਚਨ ਵੀ ਆਉਂਦਾ, ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸੈ ਪੈਰੀ ਪਾਏ ਜੀਓ। ਤਾਂ ਸਾਹਿਬ ਨੇ ਇੱਕ ਬਚਨ ਆਖਿਆ ਸੀ, ਪੁੱਤਰ ਅੱਜ ਮੂਹਰੇ ਹੋ ਕੇ ਤੂੰ ਨਮਸਕਾਰ ਕੀਤੀ ਹੈ, ਤੇਰਾ ਨਾਮ ਵੀ ਮੋਹਰੀ ਹੈ, ਤੂੰ ਸਾਰਿਆਂ ਦਾ ਮੋਹਰੀ ਆਗੂ ਬਣ ਗਿਆ ਹੈ। ਔਰ ਬਾਬਾ ਮੋਹਨ ਜੀ ਤਾਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਸਨ, ਉਹਨਾਂ ਦੀ ਵੀ ਬੜੀ ਭਾਰੀ ਕਮਾਈ ਸੀ। ਇਸ ਵਾਸਤੇ ਕਵੀ ਜੀ ਨੇ ਬਚਨ ਲਿਖਿਆ ਹੈ ਕਿ ਜਿਹੜੀ ਭੱਲਿਆਂ ਦੀ ਕੁੱਲ ਹੈ ਇਹ ਭਗਤਾਂ ਦੀ ਕੁੱਲ ਹੈ। ਇਹਦੇ ਵਿੱਚ ਬਾਬਾ ਸੁੰਦਰ ਜੀ ਤੇ ਇਸੇ ਤਰ੍ਹਾਂ ਬਾਬਾ ਪਰਮਾਨੰਦ ਜੀ, ਫਿਰ ਬਾਬਾ ਆਨੰਦ ਜੀ, ਇਹ ਮਹਾਰਾਜ ਜੀ ਦੇ ਪੋਤਰੇ ਹੋਏ, ਬੜੀ ਉੱਚੀ ਅਵਸਥਾ ਦੇ ਮਾਲਕ ਹੋਏ ਨੇ। ਤਾਂ ਜਿਨ੍ਹਾਂ ਨੇ ਭਜਨ ਬੰਦਗੀ ਦੀ ਕਮਾਈ ਕਰਕੇ ਸਿੱਖੀ ਦਾ ਵੀ ਪ੍ਰਚਾਰ ਕੀਤਾ ਤੇ ਜਿੰਨੀ ਦੇਰ ਜਗਤ ਵਿੱਚ ਰਹੇ ਗੁਰੂ ਸਾਹਿਬ ਦੇ ਅਨੁਸਾਰ ਹੋ ਕਰਕੇ ਰਹੇ। ਤਾਂ ਉਹਨਾਂ ਦੀ ਕਥਾ ਸੁਣਾਈ ਕਿ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ ਉਹ ਸਰੀਰ ਛੱਡ ਕੇ ਗਏ ਨੇ। ਇੱਕ ਸੰਤ ਮਨੋਹਰ ਦਾਸ ਹੁੰਦਾ ਸੀ ਉੱਥੇ, ਉਹਦੀ ਕਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣਨਗੇ ਤੇ ਆਪਾਂ ਕੱਲ ਸਰਵਣ ਕਰਾਂਗੇ ਵੀ ਸੰਤ ਮਨੋਹਰ ਦਾਸ ਕੌਣ ਸਨ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਗੁਰੂ ਸਾਹਿਬਾਂ ਦੀ ਬੜੀ ਭਾਰੀ ਸੇਵਾ ਕੀਤੀ ਹੈ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰ ਹੈ ਕਲਿਆਣ, ਨਾਨਕ ਗੁਰੂ ਗੋਬਿੰਦ